ਮਿੰਟੂ ਜੀ, ਕੈਨੇਡਾ ਦੀ ਸਰਕਾਰ ਨੇ ਵੀ ਹੁਣ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਆਪਣੇ ਨਾਗਰਿਕਾਂ ਵਾਸਤੇ ਕਿ ਜੇ ਭਾਰਤ ਜਾ ਰਹੇ ਹੋ ਤੇ ਖਾਸ ਤੌਰ 'ਤੇ ਪੰਜਾਬ, ਰਾਜਸਥਾਨ, ਗੁਜਰਾਤ, ਜੰਮੂ ਐਂਡ ਕਸ਼ਮੀਰ ਦੇ ਜਿਹੜੇ ਬਾਰਡਰ ਵਾਲੇ ਇਲਾਕੇ ਨੇ ਉੱਥੇ ਜਾਣ ਤੋਂ ਗੁਰੇਜ਼ ਕਰੋ। ਕਹਿੰਦੇ ਉੱਥੇ ਲੈਂਡ ਮਾਈਨਸ ਵਿਛੀਆਂ ਹੋ ਸਕਦੀਆਂ ਨੇ, ਕੋਈ ਸਿਵਲ ਅਨਰੈਸਟ ਦਾ ਉੱਥੇ ਖਤਰਾ ਹੈ। ਬੀਤੇ ਦਿਨੀ ਭਾਰਤ ਵੱਲੋਂ ਵੀ ਇੱਕ ਅਜਿਹੀ ਐਡਵਾਈਜ਼ਰੀ, ਤੁਸੀਂ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜਾਰੀ ਕੀਤੀ ਗਈ ਸੀ ਇੱਥੇ ਰਹਿੰਦੇ ਆਪਣੇ ਨਾਗਰਿਕਾਂ ਵਾਸਤੇ। ਇਹ ਲੱਗਦਾ ਵੀ ਜਿਵੇਂ ਉਹਦੇ ਜਵਾਬ ਦੇ ਵਿੱਚ ਕੈਨੇਡਾ ਨੇ ਵੀ ਆਪਣੀ ਐਡਵਾਈਜ਼ਰੀ ਅੱਜ ਇਹ ਕੱਢ ਦਿੱਤੀ ਆ। ਪ੍ਰਤੀਕਰਮ ਕੀ ਆ ਰਿਹਾ ਇੰਡੀਆ 'ਚ ਇਹਦੇ ਬਾਰੇ? ਬਿਲਕੁਲ ਜੀ, ਇਸ ਵੇਲੇ ਕੋਈ ਸਾਡਾ ਇੱਥੋਂ ਜੇ ਆਪਾਂ ਦੇਖੀਏ ਭਾਰਤ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਨਹੀਂ ਹੈ ਆਫੀਸ਼ੀਅਲੀ। ਤਾਂ ਮੈਨੂੰ ਲੱਗਦਾ ਕਿ ਸੋਚ ਵਿਚਾਰ ਕੇ ਬਿਆਨ ਦਿੱਤਾ ਜਾਏਗਾ, ਔਰ ਹੁਣ ਜਿਹੜਾ ਕੋਈ ਬਿਆਨ ਦਿੱਤਾ ਜਾਏਗਾ ਉਹ ਇੰਡੀਆ ਸ਼ਾਇਦ ਇਸ ਤੋਂ ਵੀ ਅਗਲਾ ਬਿਆਨ ਦੇਵੇਗਾ ਤੇ ਇਹਦੇ ਵਿੱਚ ਹੋ ਸਕਦਾ ਐਸ ਜੈ ਸ਼ੰਕਰ ਜਾਂ ਕੋਈ ਹੋਰ ਬੁਲਾਰਾ ਇਹਨਾਂ ਦਾ ਜਿਹੜਾ ਵੱਡਾ ਕੋਈ ਉਹ ਬਿਆਨ ਜਾਰੀ ਕਰ ਦੇਵੇ। ਕਿਉਂਕਿ ਮੈਂ ਤੁਹਾਨੂੰ ਉਸ ਦਿਨ ਹੀ ਦੱਸਿਆ ਸੀਗਾ ਕਿ ਮਾਜ਼ਰਾ ਕੀ ਆ। ਹੁਣ ਤੁਸੀਂ ਸਮਝੋ, ਤੁਸੀਂ ਇੱਥੇ ਕੈਨੇਡਾ 'ਚ ਰਹਿੰਦੇ ਹੋ, ਮੈਨੂੰ ਇੰਨਾ ਰਾਜਨੀਤੀ ਦਾ ਤੁਹਾਡੇ ਅੰਦਰ ਇਲਮ ਨਹੀਂ ਹੈ ਕਿ ਕਿਸ ਤਰ੍ਹਾਂ ਰਾਜਨੀਤੀ ਚੱਲਦੀ ਹੈ, ਪਰ ਇੱਕ ਚੀਜ਼ ਸਾਫ਼ ਆ ਕਿ ਟਰੂਡੋ ਨੇ ਇੱਕ ਵਾਰੀ ਬੈਨ ਕਰ ਦਿੱਤਾ ਸੀਗਾ ਰੈਫਰੈਂਡਮ, ਯਾਦ ਹੈ ਨਾ, 2020 ਦੇ ਵਿੱਚ ਸ਼ਾਇਦ। ਪਰ ਉਸ ਤੋਂ ਬਾਅਦ ਜਿਹੜਾ ਹੋਣਾ ਸੀਗਾ 2020 ਦੇ ਵਿੱਚ ਉਹ ਬੈਨ ਕਰ ਦਿੱਤਾ ਸੀਗਾ ਇਹਨਾਂ ਨੇ, ਮਤਲਬ ਕਿ ਮਾਨਤਾ ਨਹੀਂ ਦਿੱਤੀ। ਪਰ ਉਸ ਤੋਂ ਬਾਅਦ ਕੁਝ ਹਾਲਾਤ ਜਿਹੜੇ ਆ ਸਿਆਸੀ ਤੌਰ ਤੇ ਚੇਂਜ ਹੋ ਗਏ। ਯਾਦ ਹੋਣਾ ਤੁਹਾਨੂੰ, ਵਿੱਚ ਪਾਬੰਦੀ ਵੀ ਲੱਗੀ ਸੀਗੀ, ਕੁਝ ਮਤਲਬ ਕਿ ਲਿਸਟ 'ਚ ਕਰ ਦਿੱਤੇ ਗਏ, ਸ਼ਾਇਦ ਅੱਤਵਾਦੀ ਸੂਚੀ 'ਚ ਪਾ ਦਿੱਤਾ ਗਿਆ ਸੀਗਾ। ਫਿਰ ਮਤਲਬ ਕਿ ਪ੍ਰੈਸ਼ਰਾਈਜ਼ ਕੀਤਾ ਗਿਆ ਤਾਂ ਉਹ ਸੂਚੀ ਜਿਹੜੀ ਹੈ ਉਹ ਬਦਲਣੀ ਪਈ ਇਹਨਾਂ ਨੂੰ। ਉਹ ਜੋ ਹੋਇਆ ਸੀਗਾ ਸਾਰਾ ਕੁਝ ਤੁਹਾਡੀ ਰਾਜਨੀਤੀ 'ਚ ਜਿੱਦਾਂ ਚੱਲਿਆ। ਹੁਣ ਦੇਖੋ, ਇੱਕ ਵਾਰੀ ਇਹ ਹੋ ਗਿਆ, ਦੂਸਰੀ ਵਾਰੀ ਮਤਲਬ ਕਿ ਜੋ ਇਹਨਾਂ ਨੇ ਸੂਚੀ 'ਚ ਪਾਏ ਕੁਛ ਮਤਲਬ ਕਿ ਜੋ ਹੋਣੇ ਆ ਆਰਗੇਨਾਈਜੇਸ਼ਨ ਜਿੱਦਾਂ, ਤਾਂ ਉਹ ਦਬਾਅ ਦੇ ਹੇਠ ਆ ਕੇ ਉਹ ਸੂਚੀ ਵੀ ਬਦਲਣੀ ਪਈ। ਉਹਦੇ ਕਾਰਨ ਕੀ ਹੈ ਉਹ ਤੁਸੀਂ ਬਿਹਤਰ ਜਾਣਦੇ ਹੋ ਕਿ ਦੇਖੋ, ਜਸਟਿਨ ਟਰੂਡੋ ਦੀ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਦੂਸਰਿਆਂ ਤੇ ਨਿਰਭਰ ਹੈ। ਇਹ ਸਾਫ਼ ਹੈ, ਸਪਸ਼ਟ ਆ। ਤਾਂ ਵਿਚਾਰਧਾਰਕ ਇਹੀ ਚੀਜ਼ਾਂ ਹੁੰਦੀਆਂ ਨਾ ਕਿ ਜਿਨ੍ਹਾਂ ਦੀ ਸਿਆਸਤ ਦੇ ਵਿੱਚ ਜਿੰਨੀ ਪਾਵਰ ਹੋਵੇ ਫਿਰ ਓਨਾ ਹੀ ਵਧੇਰੇ ਉਹ ਇਸਤੇਮਾਲ ਕਰ ਲੈਂਦੇ ਆ। ਤਾਂ ਹੁਣ ਇਹ ਜਿਹੜਾ ਰੈਫਰੈਂਡਮ ਸੀਗਾ ਉਹ ਕਿਸੇ ਤਰੀਕੇ ਨਾਲ ਰੋਕਿਆ ਨਹੀਂ, ਇਹਨੂੰ ਵਾਜਬ ਕਰਾਰ ਦਿੱਤਾ ਗਿਆ। ਹੁਣ ਜਿਨ੍ਹਾਂ ਆਧਾਰਾਂ ਤੇ ਇਹਨੂੰ ਵਾਜਬ ਕਰਾਰ ਦਿੱਤਾ ਗਿਆ, ਪਰ ਪਿੱਛੇ ਜਦੋਂ ਇਹ ਰੋਕਿਆ ਗਿਆ ਸੀਗਾ ਤਾਂ ਦੋਨਾਂ ਦੇ ਵਿੱਚ ਆਪਣੇ ਆਪ ਹੀ ਤੁਹਾਨੂੰ ਵਿਰੋਧਾਭਾਸ ਨਜ਼ਰ ਆ ਜਾਏਗਾ, ਔਰ ਨਾਲ ਹੀ ਨਜ਼ਰ ਆ ਜਾਣਗੀਆਂ ਮਜਬੂਰੀਆਂ। ਤੋ ਇਹ ਤਾਂ ਸਾਫ਼ ਹੈ, ਸਪਸ਼ਟ ਹੈ। ਤਾਂ ਉਸੇ ਤਰ੍ਹਾਂ ਇੰਡੀਆ ਵਾਲੇ ਪਾਸੇ ਤੋਂ ਜੇ ਤੁਸੀਂ ਦੇਖੋਗੇ ਇੱਥੇ ਕੀ ਆ, ਇਸ ਪਾਸੇ ਵੀ ਜੇ ਤੁਸੀਂ ਦੇਖੋਗੇ ਸਿਆਸਤ ਦੀ ਵਿਸਾਤ ਦੇ ਵਿੱਚ ਬੜੀਆਂ ਚੀਜ਼ਾਂ ਨੇ। ਇਹਦਾ ਕੀ ਹੈ ਕਿ ਇਹਨਾਂ ਵਾਸਤੇ ਖਾਲਿਸਤਾਨ ਮੂਵਮੈਂਟ ਜਿਹੜੀ ਹੈ ਉਹ ਕਈ ਵਾਰੀ ਇਹਨਾਂ ਲਈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜ਼ਰੂਰੀ ਵੀ ਹੈ, ਸਿਆਸਤ ਦੇ ਲਿਹਾਜ਼ ਨਾਲ ਵੇਖੋਗੇ, ਤੇ ਨਾਲ ਵਿਰੋਧ ਕਰਨਾ ਵੀ ਜ਼ਰੂਰੀ ਹੈ। ਦੋਵੇਂ ਚੀਜ਼ਾਂ, ਉਭਾਰ ਵੀ ਹੁੰਦਾ ਰਹੇ ਤੇ ਵਿਰੋਧ ਵੀ ਹੁੰਦਾ ਰਹੇ, ਇਹ ਇਧਰਲੀ ਰਾਜਨੀਤੀ ਦੀ ਮੰਗ ਹੈ ਜੀ। ਸੋ ਇਸ ਕਰਕੇ ਦੋਹਾਂ ਹੀ ਦੇਸ਼ਾਂ ਦੇ ਸਿਆਸੀ ਹਾਲਾਤ ਜਿਹੜੇ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਸਾਫ਼ ਤੇ ਸਪਸ਼ਟ ਕਰਦੇ ਪਏ ਨੇ ਕਿ ਅਸਲ ਦੇ ਵਿੱਚ ਅੱਗੇ ਇਹ ਦਬਾਅ ਦੀ, ਮੈਂ ਉਸ ਦਿਨ ਵੀ ਇੱਕ ਸ਼ਬਦ ਇਸਤੇਮਾਲ ਕੀਤਾ ਸੀਗਾ ਕਿ ਇਹ ਇੱਕ ਦੂਜੇ ਨੂੰ ਦਬਾਅ ਹੇਠ ਲਿਆਉਣ ਦਾ ਯਤਨ ਹੈ। ਤਾਂ ਕਿਉਂਕਿ ਦੋਨਾਂ ਹੀ ਮੁਲਕਾਂ ਦੀਆਂ ਸਰਕਾਰਾਂ ਆਪੋ ਆਪਣੇ ਸਿਆਸੀ ਮਫਾਦਾਂ ਦੇ ਨਾਲ ਵੱਜੀਆਂ ਹੁੰਦੀਆਂ। ਸਰਕਾਰ ਚਾਹੇ ਕੋਈ ਵੀ ਹੋਵੇ, ਉਹਨਾਂ ਦੇ ਆਪਣੇ ਸਿਆਸੀ ਹਿੱਤ ਹੁੰਦੇ ਨੇ ਹਮੇਸ਼ਾ। ਸੋ ਜਦੋਂ ਸਿਆਸੀ ਹਿੱਤ ਹੁੰਦੇ ਆ ਫਿਰ ਉੱਥੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਵੱਧਦੀਆਂ ਹੀ ਵੱਧਦੀਆਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਹੋ ਸਕਦਾ ਕਿ ਹੋਰ ਵੀ ਕੁਝ ਇਸ ਦਿਸ਼ਾ ਦੇ ਵੱਲ ਅੱਗੇ ਕਦਮ ਵਧਾ ਲਏ ਜਾਣ। ਪਰ ਇੱਕ ਤੁਸੀਂ ਇਸ ਐਡਵਾਈਜ਼ਰੀ ਦੀ ਜਿਹੜੀ ਵਰਡਿੰਗ ਦੱਸੀ ਆ, ਮੈਂ ਪੜ੍ਹੀ ਨਹੀਂ ਉਹ, ਪਰ ਜਿਹੜੀ ਤੁਸੀਂ ਦੱਸੀ ਆ ਉਹਦੇ 'ਚ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਹੈ, ਬਾਰਡਰ ਏਰੀਆ। ਹੁਣ ਜਿਹੜੇ 4 ਸਟੇਟ ਤੁਸੀਂ ਗਿਣਾਏ ਨੇ, ਬਾਰਡਰ ਤਾਂ ਚਾਈਨਾ ਦੇ ਨਾਲ ਵੀ ਲੱਗਦਾ ਹੈ। ਐਗਜ਼ੈਕਟਲੀ, ਬਹੁਤ ਤੁਸੀਂ ਬੜਾ ਇੰਪੋਰਟੈਂਟ ਨੁਕਤਾ ਫੜਿਆ ਮਿੰਟੂ ਜੀ। ਉਹਦੇ 'ਚ ਸਪੈਸੀਫਿਕਲੀ ਜਿਹੜਾ ਲਦਾਖ ਵਾਲਾ ਏਰੀਆ ਨਾ, ਉਹ ਵਾਲੀ ਸਾਈਡ ਐਕਸਕਲੂਡ ਕੀਤੀ ਹੋਈ ਹੈ ਐਡਵਾਈਜ਼ਰੀ ਦੇ ਵਿੱਚੋਂ। ਦੇਖੋ, ਸਾਰਾ ਖਤਰਾ ਤੇ ਇਸ ਵੇਲੇ ਚਾਈਨਾ ਵਾਲੀ ਸਾਈਡ ਤੋਂ ਹੈ, ਪਰ ਉਹਨਾਂ ਨੇ ਮੈਂਸ਼ਨ ਕਿਹੜਾ ਦੇਸ਼ ਕਰ ਦਿੱਤਾ? ਪਾਕਿਸਤਾਨ। ਤਾਂ ਪਾਕਿਸਤਾਨ ਕੀ ਹੈ? ਪਾਕਿਸਤਾਨ ਕਸ਼ਮੀਰ ਵਾਲਾ ਕੌਨਫਲਿਕਟ ਤੁਹਾਨੂੰ ਪਤਾ ਹੀ ਹੈ, ਉਹ ਇੱਕ ਦੁੱਖ ਦੀ ਰਾਗ ਹੈ ਦੋਹਾਂ ਪਾਸਿਆਂ ਤੋਂ। ਸੋ ਇਹਨਾਂ ਨੇ ਵੀ ਬਹੁਤ ਸੋਚ ਸਮਝ ਕੇ, ਔਰ ਮੈਨੂੰ ਉਮੀਦ ਸੀ ਕਿ ਕੈਨੇਡਾ ਗਵਰਨਮੈਂਟ ਨੂੰ ਅਜਿਹਾ ਕਰਨਾ ਹੀ ਪਏਗਾ, ਕਿਉਂਕਿ ਤੁਹਾਨੂੰ ਪਤਾ ਹੈ ਸਰਦਾਰ ਜਗਮੀਤ ਸਿੰਘ ਹੋਰੀ, ਉਹ ਸਾਰਾ ਸਭ ਪਤਾ ਹੀ ਹੈ ਆਪਾਂ ਨੂੰ ਕਿ ਉਹਨਾਂ ਦਾ ਜਿਹੜਾ ਸਾਰਾ ਦਾਰੋਮਦਾਰ ਹੈ ਰਾਜਨੀਤੀ ਦਾ, ਉਹ ਇੱਧਰ ਜਾਏਗਾ ਹੀ ਜਾਏਗਾ। ਜੋ ਵੀ ਉਹਨਾਂ ਦਾ ਮਤਲਬ ਕਿ ਸੋਚਣਾ ਹੈ ਜਾਂ ਜੋ ਵੀ ਉਹਨਾਂ ਦੀ ਸਿਆਸੀ ਇਧਰਲੇ ਪਾਸੇ ਸ਼ਕਤੀ ਆ ਉਹ ਇਸਤੇਮਾਲ ਹੋਏਗੀ। ਤਾਂ ਹੋਰ ਵੀ ਤੁਹਾਨੂੰ ਪਤਾ ਹੈ ਕਿਉਂਕਿ ਸਿੱਖ ਭਾਈਚਾਰਾ ਇੱਥੇ ਬਹੁਤ ਜ਼ਿਆਦਾ ਵੱਧ ਰਿਹਾ, ਫੁੱਲ ਰਿਹਾ,
ਤਾਂ ਸਿਆਸੀ ਜ਼ਰੂਰਤਾਂ ਹੁੰਦੀਆਂ ਨੇ। ਤਾਂ ਮੈਨੂੰ ਉਮੀਦ ਸੀ ਕਿ ਕੈਨੇਡਾ ਇਹਦੇ ਤੇ ਇੱਕ ਸਟਰੋਂਗ ਰੱਦੇ ਅਮਲ ਦੇਵੇਗਾ ਹੀ ਦੇਵੇਗਾ, ਚਾਹੇ ਉਹ ਮਤਲਬ ਕਿ ਕਿਸੇ ਵੀ ਰੂਪ ਦੇ ਵਿੱਚ ਹੋਵੇ। ਤਾਂ ਕੈਨੇਡਾ ਨੇ ਉਹ ਕਰ ਦਿੱਤਾ। ਹੁਣ ਇਹ ਸੰਭਾਵਨਾ ਇਧਰਲੇ ਪਾਸੇ ਵੀ ਹੈ ਕਿ ਕੁਝ, ਕਿਉਂਕਿ ਰਿਸ਼ਤੇ ਤਾਂ ਦੋਨਾਂ ਦੇਸ਼ਾਂ ਦੇ ਦੇਖੋ ਠੀਕ ਠਾਕ ਹੈਗੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਬੜੇ ਪੁਰਾਣੇ ਹਿਸਟਰੀ ਹੈ ਇਹਨਾਂ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਦੀ, ਤਾਂ ਰਿਸ਼ਤੇ ਤਾਂ ਆਪਣੀ ਜਗ੍ਹਾ ਤੇ ਮੌਜੂਦ ਆ। ਪਰ ਤੁਹਾਨੂੰ ਪਤਾ ਨਾ ਕਿ ਰਿਸ਼ਤੇ ਜੀਓਪੋਲਿਟਿਕਸ ਦੇ ਵਿੱਚ ਤਿੜਕਣ ਲੱਗਿਆ ਹੌਲੀ ਹੌਲੀ ਨਹੀਂ, ਬਹੁਤ ਜ਼ਬਰਦਸਤ ਤੇਜ਼ੀ ਨਾਲ ਮਤਲਬ ਕਿ ਇਹ ਤੜਕਦੇ ਹੁੰਦੇ ਨੇ ਜੀ। ਤਾਂ ਦੇਖੋ ਅੱਗੇ ਕੀ ਬਣਦਾ। ਪਰ ਜੋ ਤੁਸੀਂ ਐਡਵਾਈਜ਼ਰੀ ਦੀ ਵਰਡਿੰਗ ਦੱਸੀ ਤਾਂ ਉਹਨਾਂ ਨੇ ਬਿਲਕੁਲ ਇਹਨਾਂ ਦੇ ਦੁੱਖ ਦੀ ਰਗ ਤੇ ਹੱਥ ਧਰਿਆ ਵਾ ਜੀ। ਮਿੰਟੂ ਜੀ, ਮੈਨੂੰ ਲੱਗਦਾ ਵੀ ਜਿਹੜੀ ਅਗਲੀ ਖਬਰ ਹੈ, ਰਿਪੋਰਟ ਇਹ ਥੋੜੀ ਵਿਸਥਾਰਿਤ ਹੋਏਗੀ ਕਿ ਭਾਰਤ ਦੇ ਜ਼ਿਆਦਾਤਰ ਲੋਕ ਬੇਹੱਦ ਬੁਰੀ ਆਰਥਿਕ ਸਥਿਤੀ ਦੇ ਵਿੱਚ ਪਹੁੰਚ ਚੁੱਕੇ ਨੇ। ਇਹਨੂੰ ਘੱਟ ਤੋਂ ਘੱਟ ਸਮੇਂ ਦੇ ਵਿੱਚ ਜੇ ਗੱਲ ਸਾਂਝੀ ਕਰ ਸਕੋ ਤਾਂ ਦੱਸਣਾ ਜੀ। ਹਾਂ ਜੀ, ਨਹੀਂ ਬਿਲਕੁਲ, ਮੈਨੂੰ ਸਮੇਂ ਦੀ, ਤੁਹਾਡੇ ਸਮੇਂ ਦੀ ਤਾਂ ਖਾਸ ਤੌਰ ਤੇ ਕੀਮਤ ਦਾ ਪਤਾ ਹੈ। ਚਲੋ ਆਪਾਂ ਸੰਖੇਪ ਦੇ ਵਿੱਚ ਬਲੂਮਬਰਗ ਦੇ ਵਿੱਚ ਇਹ ਰਿਪੋਰਟ ਛਪੀ ਆ ਤੇ ਬੜੀ ਇੰਟਰਸਟਿੰਗ ਰਿਪੋਰਟ ਆ। ਇੰਟਰਸਟਿੰਗ ਰਿਪੋਰਟ ਇਸ ਕਰਕੇ ਹੋ ਜਾਂਦੀ ਆ ਕਿ ਦੂਰ ਦੇ ਢੋਲ ਕਈ ਵਾਰ ਸੁਹਾਣੇ ਲੱਗਦੇ ਨੇ। ਅਸੀਂ ਜੇ ਚੌਥੇ ਨੰਬਰ ਦੀ ਇਕਨੋਮੀ ਬਣ ਗਏ, ਯੂਕੇ ਨੂੰ ਪਛਾੜ ਦਿੱਤਾ ਵਗੈਰਾ ਵਗੈਰਾ, ਇਹ ਸਾਰੀਆਂ ਗੱਲਾਂ ਠੀਕ ਆ ਕਿਉਂਕਿ ਦੇਸ਼ ਬਹੁਤ ਵੱਡਾ। ਤਾਂ ਪਰ ਅਸਲੀਅਤ ਕੀ ਹੈ? ਇਹ ਰਿਪੋਰਟ ਜਿਹੜੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਆ ਐਲੀਟ ਕਲਾਸ ਕਹਿ ਲਓ, ਉੱਚ ਵਰਗ ਕਹਿ ਲਓ, ਉਹਦੇ 'ਚ ਸਿਰਫ 20 ਲੱਖ ਬੰਦੇ ਆ ਜਿਹੜੇ ਦਿਹਾੜੀ ਦਾ ਇਸ ਟਾਈਮ ਇੰਡੀਆ ਦੇ ਵਿੱਚ 4000 ਰੁਪਇਆ ਖਰਚ ਕਰ ਰਹੇ ਆ ਐਵਰੇਜ। ਤਾਂ ਫਿਰ ਦੂਸਰੇ ਆ ਗਏ ਉਸ ਤੋਂ ਥੋੜੇ ਜਿਹੇ ਛੋਟੇ, ਜਿਹਨਾਂ ਨੂੰ ਉੱਚ ਮੱਧ ਵਰਗ ਵਾਲੇ ਕਹਿ ਲਓ, ਤਾਂ ਇਹ 1632 ਤੋਂ 4000 ਤੱਕ ਜਾਂਦੇ। ਇਹਨਾਂ ਦੀ ਗਿਣਤੀ ਹੈਗੀ ਆ ਮਹਿਜ਼ 1 ਕਰੋੜ 60 ਲੱਖ ਜੀ। ਮੱਧਮ ਜਿਹੜੇ ਆ ਗਏ, ਮਿਡਲ ਕਲਾਸ ਜਿਹਨਾਂ ਨੂੰ ਆਪਾਂ, ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਰੋਣਾ ਹੁੰਦਾ ਤੇ ਜਿਨ੍ਹਾਂ ਬਾਰੇ ਸਭ ਤੋਂ ਜ਼ਿਆਦਾ ਕਹਿ ਲਓ ਕਿ ਸਿਆਸਤ ਅਣਗੌਲਾਪਣ ਦਿਖਾਉਂਦੀ ਹੈ। ਤਾਂ ਮਿਡਲ ਕਲਾਸ ਉਹ 816 ਰੁਪਈਆ ਤੋਂ ਲੈ ਕੇ 1631 ਰੁਪਏ ਤੱਕ ਖਰਚ ਕਰ ਰਿਹਾ ਡੇਲੀ। ਇਹਨਾਂ ਦੀ ਤਾਦਾਦ ਹੈਗੀ ਆ ਮਹਿਜ਼ 6 ਕਰੋੜ 60 ਲੱਖ। ਤੇ ਜਿਹੜਾ ਨਿਮਨ ਮੱਧ ਵਰਗ ਆ ਗਿਆ ਉਹ 164 ਤੋਂ ਲਾ ਲਓ ਕਿ 816 ਰੁਪਏ ਤੱਕ ਖਰਚ ਕਰਦਾ ਹੈ। ਉਹਦੀ ਗਿਣਤੀ ਹੈ 13 ਕਰੋੜ। ਪਰ ਕਮਾਲ ਦੀ ਗੱਲ, ਜਿਹੜਾ ਬਿਲਕੁਲ ਲੋਅਰ ਕਲਾਸ ਜੀ ਨਿਮਨ ਵਰਗ, ਉਹ 163 ਰੁਪਏ ਤੋਂ ਘੱਟ ਖਰਚ ਕਰ ਰਿਹਾ ਹੈ ਇੱਕ ਦਿਨ ਦਾ, ਔਰ ਇਹਦੀ ਤਾਦਾਦ ਹੈ 116 ਕਰੋੜ। ਮਤਲਬ ਜੇ ਤੁਸੀਂ ਦੇਖੋਗੇ ਤਾਂ ਇੰਡੀਆ ਦੀ ਬਹੁਤ ਵੱਡੀ ਵਸੋਂ ਆਲਮੋਸਟ 80% 163 ਰੁਪਏ ਹੀ ਡੇਲੀ ਦੀ ਖਰਚੀ ਕਰ ਰਹੀ ਹੈ। ਤੇ ਇਹਦਾ ਮਤਲਬ ਹੈ ਕਿ ਉਹਦੀ ਜਿਹੜੀ ਕਹਿ ਲਓ ਕਿ ਕੰਜ਼ੰਪਸ਼ਨ ਪਾਵਰ ਜਾਂ ਉਹਦੀ ਖਰਚ ਸੀਮਾ ਜਾਂ ਉਹਦੀ ਸਮਰੱਥਾ ਉਹ ਬਿਲਕੁਲ ਟੁੱਟ ਗਈ ਹੈ। ਕੋਵਿਡ ਕਰਕੇ ਕਹਿ ਲਓ ਜਾਂ ਮਹਿੰਗਾਈ ਕਰਕੇ ਕਹਿ ਲਓ, ਬਹੁਤ ਸਾਰੇ ਕਾਰਨ ਹੋ ਸਕਦੇ ਹੋ। ਚਲੋ ਸਮਾਂ ਥੋੜਾ ਹੈ। ਤਾਂ ਇਹਦਾ ਮਤਲਬ ਇਹ ਆ ਕਿ ਜੇ ਉਹਨਾਂ ਲੋਕਾਂ ਦੀ ਬਸ ਸਿਰਫ ਇੱਥੋਂ ਤੱਕ ਹੀ ਪਹੁੰਚਿਆ ਕਿ ਢਿੱਡ ਭਰ ਲਈਏ, ਤਾਂ ਫਿਰ ਲਗਜ਼ਰੀ ਚੀਜ਼ਾਂ, ਉਹਨਾਂ ਦੀ ਵਿਕਰੀ, ਗੱਡੀਆਂ ਦੀ ਵਿਕਰੀ, ਮੋਟਰਾਂ ਦੀ ਵਿਕਰੀ, ਉਹ ਕਿੱਥੇ ਹੋਏਗੀ? ਤਾਂ ਉਹ ਤਾਂ ਸੀਮਤ ਮਾਤਰਾ 'ਚ ਹੈ ਨਾ। ਤਾਂ ਜਦ ਤੱਕ ਇਹਨਾਂ ਚੀਜ਼ਾਂ ਦੀ ਡਿਮਾਂਡ ਨਹੀਂ ਵੱਧਦੀ, ਤੁਹਾਡਾ ਅਰਥਚਾਰਾ ਜਿਹੜਾ ਉਸ ਰਫ਼ਤਾਰ ਨਾਲ ਨਹੀਂ ਤੁਰੇਗਾ। ਤਾਂ ਇਹਨਾਂ ਦੀ ਤਾਂ ਵੈਸੇ ਵੀ ਖਰਚ ਸਮਰੱਥਾ ਘਟ ਰਹੀ ਹੈ। ਖਰਚ ਸਮਰੱਥਾ ਵਧਾਉਣ ਦੀ ਜ਼ਰੂਰਤ ਹੈ। ਜੇ ਵਿਸ਼ਵ ਗੁਰੂ ਬਣਨਾ ਤਾਂ ਤੁਹਾਨੂੰ ਇਸ ਪਾਸੇ ਕੰਮ ਕਰਨਾ ਹੀ ਪਏਗਾ। ਪਰ ਕੈਪੀਟਾ ਇਨਕਮ ਉੱਤੇ ਲਿਜਾਣੀ ਹੀ ਪਵੇਗੀ, ਤਾਂ ਹੀ ਫਿਰ ਖਰਚਾ ਦੀ ਸਮਰੱਥਾ ਵਧੇਗੀ ਨਾ। ਜੇ ਬੋਝੇ 'ਚ ਗਾਜਰਾਂ ਤਾਂ ਹੀ ਲਾਹੌਰ ਦੇ ਸ਼ਕੀਨ ਵੱਜਣਗੇ ਨਾ। ਜੇ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਹਾਲ ਹੈ। ਸੋ ਹਾਲ ਅਸਲ ਦੇ ਵਿੱਚ ਇਹੋ ਜਿਹੀ ਹੈ ਜੀ। ਮਿੰਟੂ ਜੀ, ਅੱਛਾ, ਕੱਲ ਗੱਲ ਇਹ ਹੋ ਰਹੀ ਸੀ ਕਿਉਂਕਿ ਵਿਧਾਨ ਸਭਾ 'ਚ ਗੱਲ ਹੋਈ ਸੀ, ਤਾਂ ਖਬਰ ਤੁਸੀਂ ਸਾਂਝੀ ਕੀਤੀ ਸੀ ਵੀ ਭਗਵੰਤ ਮਾਨ ਕਹਿੰਦੇ ਸੀ ਵੀ ਚੰਨੀ ਹੈਗੇ ਕਿੱਥੇ ਨੇ, ਮੈਂ ਪੂਰਾ ਹਿਸਾਬ ਲੈਣਾ। ਤੇ ਹੁਣ ਚਰਨਜੀਤ ਚੰਨੀ ਉਹਨਾਂ ਨੇ ਦੱਸ ਦਿੱਤਾ ਵੀ ਕਿੱਥੇ ਨੇ, ਉਹ ਤਾਂ ਇੱਥੇ ਹੀ ਬੈਠੇ ਨੇ ਸਾਡੇ ਵੱਲ। ਬਿਲਕੁਲ ਜੀ, ਉਹ ਤੇ ਕੈਨੇਡਾ 'ਚ ਹੀ ਨੇ। ਉਹ ਕਹਿੰਦੇ ਕਿ ਮੈਂ ਕੈਨੇਡਾ 'ਚ ਆ ਤੇ 24 ਘੰਟੇ ਮੋਬਾਈਲ ਖੁੱਲ੍ਹਾ, ਜਦੋਂ ਮਰਜ਼ੀ ਕਾਲ ਕਰੋ। ਤੁਸੀਂ ਮੈਨੂੰ ਕਾਲ ਕਿਉਂ ਨਹੀਂ ਕੀਤੀ? ਉਹ ਤਾਂ ਸਗੋਂ ਲਾਂਭਾ ਦੇ ਰਹੇ ਨੇ ਮਾਨ ਸਾਹਿਬ ਨੂੰ ਜੀ, ਕਦੇ ਤੁਸੀਂ ਫੋਨ ਤੇ ਕਰੋ, ਫਿਰ ਅਸੀਂ ਕਹੀਏ ਕਿ ਕੱਲ ਸੱਜਣਾ ਦੀ ਆਈ ਸੀਗੀ ਕਾਲ ਜਲੰਧਰ ਤੋਂ, ਤੁਸੀਂ ਕਰੋ ਤੇ ਸਹੀ, ਅਸੀਂ ਚੱਕਾਂਗੇ। ਤਾਂ ਉਹਨਾਂ ਦਾ ਕਹਿਣਾ ਕਿ ਇਹ ਤੁਸੀਂ ਜੋ ਕਹਿ ਰਹੇ ਹੋ ਕਿ ਬਈ ਇਹ ਗਲਤ ਹੈ ਕਿ ਮੈਂ ਉਪਲਬਧ ਨਹੀਂ ਹਾਂ, ਮੈਂ ਇਸ ਸਮੇਂ ਆਪਣੀ ਅੱਖਾਂ ਦਾ ਇਲਾਜ ਕਰਵਾ ਰਿਹਾ ਹਾਂ। ਤਾਂ ਉਹਨਾਂ ਨੂੰ ਕਹਿੰਦੇ ਕਿ ਫੋਟੋਫੋਬੀਆ ਹੋ ਗਿਆ ਵਾ। ਉਹ ਬਿਮਾਰੀ ਲੋਕ ਸਮਝੀ ਜਾਂਦੇ ਸੀ ਕਿ ਕਿਤੇ ਸ਼ਾਇਦ ਭਗਵੰਤ ਮਾਨ ਦੀ ਫੋਟੋ ਤੋਂ ਦੇਖ ਕੇ ਡਰੀ ਜਾਂਦੇ ਨੇ। ਉਹ ਫੋਬੀਆ ਸ਼ਬਦ ਇਸਤੇਮਾਲ ਹੁੰਦਾ ਨਾ, ਨਹੀਂ ਐਸਾ ਨਹੀਂ ਹੈ। ਉਹ ਅੱਖਾਂ ਦੇ ਵਿੱਚ ਜਿਵੇਂ ਜ਼ਿਆਦਾ ਕੋਈ ਪ੍ਰਕਾਸ਼ ਜਾਂ ਚਾਨਣ ਚਲਾ ਜਾਵੇ ਤਾਂ ਕੁਛ ਪ੍ਰੋਬਲਮ ਆ ਜਾਂਦੀ ਹੈ, ਇਹ ਹੋ ਜਾਂਦੀ ਹੈ ਬਿਮਾਰੀ ਕਈਆਂ ਨੂੰ। ਤਾਂ ਉਹ ਇਲਾਜ ਕਰਵਾ ਰਹੇ ਨੇ ਆਪਣਾ। ਤੇ ਨਾਲ ਕਹਿੰਦੇ ਕਿ ਮੈਂ PhD ਦੇ ਥੀਸਿਸ ਵੀ
ਲਿਖ ਰਿਹਾ ਵਾਂ, ਉਹ ਵੀ ਆਪਾਂ ਜਮਾ ਕਰਵਾਉਣੇ, ਮਤਲਬ ਕਿ PhD ਹਾਲੇ ਤੁਰੀ ਆਉਂਦੀ ਹੈ ਨਾ, ਕਾਫੀ ਸਮਾਂ ਹੋ ਗਿਆ। ਉਹ ਕਹਿੰਦੇ ਆਪਾਂ PhD ਵੀ ਕਰਨੀ ਆ, ਤੇ ਫਿਰ ਆ ਕੇ ਵੇਖਾਂਗੇ ਕਾਂਗਰਸ ਦੀਆਂ ਜਿਹੜੀਆਂ ਗਤੀਵਿਧੀਆਂ ਇਹਦੇ ਚ ਵੀ ਸ਼ਿਰਕਤ ਕਰਨੀ ਹੈ। ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਹੈ, ਸਪਸ਼ਟ ਕਰ ਦਿੱਤਾ ਹੈ ਕਿ ਬਈ ਆਪਾਂ ਕੈਨੇਡਾ ਚ ਬੈਠੇ ਆ, ਇਲਾਜ ਕਰਵਾ ਰਹੇ ਆ, PhD ਦੇ ਥੀਸਿਸ ਲਿਖ ਰਹੇ ਆ, ਐਨ ਬਸ ਮੌਜਾਂ ਹੀ ਮੌਜਾਂ ਨੇ, ਕੋਈ ਗੱਲ ਨਹੀਂ, ਪਰਤਾਂਗੇ, ਰਿਕਵਰੀ ਹੋ ਰਹੀ ਆ। ਪਰ ਐਗਜ਼ੈਕਟ ਉਹਨਾਂ ਨੇ ਕੋਈ ਸਮਾਂ ਨਹੀਂ ਦੱਸਿਆ ਕਿ ਇੰਨੇ ਕੁ ਸਮੇਂ ਤੱਕ ਪਰਤਾਂਗੇ। ਤਾਂ ਖੈਰ ਜਿਹੜੀ ਹੁਣ ਇੱਥੇ ਗੱਲ ਆ ਕਿ ਮਾਨ ਸਾਹਿਬ ਜਿਹੜੀਆਂ ਫਾਈਲਾਂ ਦਾ ਜ਼ਿਕਰ ਕਰ ਰਹੇ ਆ, ਇਹ ਤਾਂ ਕਹਿੰਦੇ ਕਿ ਫਾਈਲਾਂ ਤੁਸੀਂ ਦੱਸੋ, ਜਿਹੜੀ ਵੀ ਗੱਲ ਕਰਨੀ ਮੈਂ ਦੱਸ ਦਵਾਂ। ਫਾਈਲਾਂ 2-3 ਨੇ ਵਿਜੇ ਜੀ, ਜੋ ਅੰਦਰੂਨੀ ਗੱਲਾਂ ਸਾਹਮਣੇ ਆ ਰਹੀਆਂ। ਇੱਕ ਤੇ ਹੈਗੀ ਆ ਖੇਡ ਵਿਭਾਗ ਦੇ ਨਾਲ, ਖੇਡ ਮਹਿਕਮੇ ਦੇ ਨਾਲ ਜੁੜੀ, ਤੇ ਦੂਸਰੀ ਹੈਗੀ ਜੇ ਇੱਕ ਮਾਈਨਿੰਗ ਨਾਲ ਜੁੜੀ। ਤੋ ਇਹ ਇਸ ਕਰਕੇ ਹੁਣ ਕਿਤੇ ਨਾ ਕਿਤੇ ਲਾ ਲਓ ਵੀ ਥੋੜਾ ਮਾਮਲਾ ਉਲਝਵਾ, ਕਿਉਂਕਿ ਜਿਹੜਾ ਉਹ ਮਾਈਨਿੰਗ ਵਾਲਾ ਉਹ ਤਾਂ ਸਿਆਪਾ ਇਹਨਾਂ ਨੂੰ ਖਾਸਾ ਪਿਆ ਸੀਗਾ। ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਕਿ ਇਹਨਾਂ ਨੇ ਇੱਕ ਹੋਰ ਕਹਿ ਲਓ ਕਿ ਖੇਲਾ ਕਰ ਦਿੱਤਾ ਸੀਗਾ ਕਿ ਜਦੋਂ ਇਹ ਜਾਣ ਲੱਗੇ ਸੀਗੇ, ਇੱਕ ਤੁਹਾਨੂੰ ਯਾਦ ਹੋਏਗੀ ਘਟਨਾ ਜਲੰਧਰ ਦੇ ਵਿੱਚ, ਇੱਕ ਕੈਂਟਰ ਫੜਿਆ ਗਿਆ ਸੀ ਖੇਡ ਕਿੱਟਾਂ ਨਾਲ ਭਰਿਆ ਚੋਣ ਜ਼ਾਬਤੇ ਦੇ ਦੌਰਾਨ। ਅੱਛਾ, ਉਸ ਤੋਂ ਇਲਾਵਾ ਇੱਕ ਚੀਜ਼ ਹੋਰ ਨਿਕਲੀ ਸੀਗੀ, ਇੱਕ ਚੀਜ਼ ਉਹ ਬੜੀ ਜ਼ਬਰਦਸਤ ਹੈ, ਬੜੀ ਸ਼ਾਨਦਾਰ ਹੈ। ਵੈਸੇ ਉਹ ਜੇ ਆਪਾਂ ਦੇਖੀਏ ਨਾ ਕਿ ਕਿਸ ਤਰ੍ਹਾਂ ਸਿਆਸਤ ਜਿਹੜੀ ਹੈ ਉਹ ਚੱਲਦੀ ਹੈ ਤੇ ਕਿਸ ਤਰ੍ਹਾਂ ਉਹਦੇ ਚ ਕਾਲਮੇਲ ਹੁੰਦੇ ਨੇ, ਉਸ ਤਰ੍ਹਾਂ ਜਿਵੇਂ ਗੜਬੜ ਚਾਲੇ ਹੁੰਦੇ ਨੇ। ਇਹਨਾਂ ਨੇ ਕੀ ਕੀਤਾ ਕਿ ਖਿਡਾਰੀਆਂ ਦੇ ਖਾਤਿਆਂ 'ਚ ਪੈਸੇ ਪਾ ਦਿੱਤੇ। ਠੀਕ ਹੈ ਜੀ। ਤਾਂ ਉਹ ਕਿੱਟਾਂ ਲੈਣ ਵਾਸਤੇ ਮੁੜ ਕੇ ਉਹ ਜਿਹੜੇ ਪੈਸੇ ਸੀਗੇ ਇਹਨਾਂ ਨੇ ਉਹਨਾਂ ਤੋਂ ਚੈੱਕ ਲੈ ਲਏ ਜਾਂ ਬੈਂਕ ਡਰਾਫਟ ਲੈ ਲਏ। ਤਾਂ ਜਿਹੜੀਆਂ ਖੇਡ ਫਰਮਾਂ ਜਿਨ੍ਹਾਂ ਤੋਂ ਸਮਾਨ ਚੱਕਿਆ ਗਿਆ ਉਹ ਵੀ ਸ਼ੱਕੀ ਆ ਮਾਮਲਾ ਜੀ। ਸੋ ਇਸ ਕਰਕੇ 1-2 ਫਾਈਲਾਂ ਜਿਹੜੀਆਂ ਨਾ ਖਾਸ ਤੌਰ ਤੇ ਇਸ ਵੇਲੇ ਕਹਿ ਲਓ ਕਿ ਛਾਨਣੇ ਚੋਂ ਨਿਕਲ ਰਹੀਆਂ। ਹੁਣ ਦੇਖੋ ਪਤਾ ਨਹੀਂ ਕਦੋਂ ਚੰਨੀ ਸਾਹਿਬ ਆਉਣਗੇ। ਉਹ ਆਂਦੇ ਹੁੰਦੇ ਪੰਜਾਬੀ ਚ ਕਹਾਵਤ ਹੈ ਨਾ, ਸੁੰਜੇ ਮਹਿਲ ਡਰਾਵਣੇ ਬਰਕਤ ਮਰਦਾਂ ਨਾਲ। ਤਾਂ ਬਈ ਉਹ ਤੇ ਇਹਨਾਂ ਦੇ ਸਮਰਥਕ ਤੇ ਕਹਿੰਦੇ ਵੀ ਤੁਸੀਂ ਆਓ ਤੇ ਬੜਾ ਆਪਾਂ ਥੋੜਾ ਮਾਹੌਲ ਬਣਾਈਏ, ਮਾਹੌਲ ਦੀ ਗੱਲ ਹੁੰਦੀ ਆ। ਪਰ ਇਸ ਵੇਲੇ ਉਡੀਕ ਹੈ ਚੰਨੀ ਸਾਹਿਬ ਕਦੋਂ ਆਉਂਦੇ ਆ। ਪਰ ਆ ਜਿਹੜੀਆਂ ਫਾਈਲਾਂ ਨੇ ਇਹ ਵੀ ਉਡੀਕ ਕਰ ਰਹੀਆਂ, ਇਹਨਾਂ ਦੇ ਵਿੱਚ ਵੀ ਕੁਛ ਨਾ ਕੁਛ ਜ਼ਰੂਰ ਹਿਲਜੁਲ ਹੋਏਗੀ ਜੀ। ਤੇ ਮਿੰਟੂ ਜੀ, ਹੁਣ ਗੈਂਗਸਟਰਸ ਦੇ ਨਿਸ਼ਾਨੇ ਤੇ ਕਬੱਡੀ ਖਿਡਾਰੀ ਆ ਗਏ, ਸਿੱਧੀ ਧਮਕੀ ਦਿੱਤੀ ਗਈ ਹੈ, ਕੀ ਵੇਰਵਾ ਜੀ? ਦੇਖੋ ਇਹਨਾਂ ਦੀ ਟਸਲ ਆ, ਜਿਵੇਂ ਹੁਣ 2 ਹੀ ਨੇ ਵੈਸੇ ਤੇ ਇੱਥੇ ਆਪਣੇ ਪੰਜਾਬ ਦੇ ਵਿੱਚ 15-16 ਦੇ ਕਰੀਬ ਉਹਦਾ ਹੈਗੇ ਨੇ ਛੋਟੇ ਮੋਟੇ ਗੈਂਗ ਜਿਹੜੇ ਚੱਲਦੇ ਨੇ। 2 ਮੁੱਖ ਤੌਰ ਤੇ ਨੇ, ਇੱਕ ਲਾਰੈਂਸ ਬਿਸ਼ਨੋਈ ਤੇ ਦੂਸਰਾ ਹੋ ਗਿਆ ਉਧਰਲੇ ਪਾਸੇ ਬੰਬੀਆ ਗਰੁੱਪ। ਤੇ ਨਾਲ ਇਹਨਾਂ ਦੇ ਜਿਹੜੇ ਸਿੰਡੀਕੇਟ ਦੇ ਵਿੱਚ ਅਲਾਈਡ ਹੈਗੇ ਨੇ ਜਿਹੜੇ ਉਹ ਮਤਲਬ ਕਿ ਹਰਿਆਣੇ ਵਾਲੇ ਵੀ ਹੈਗੇ ਨੇ ਵਿੱਚ, ਰਾਜਸਥਾਨ ਵਾਲੇ ਵੀ ਆ ਗਏ ਜੀ। ਤਾਂ ਹੁਣ ਬੰਬੀਹਾ ਗਰੁੱਪ ਨੇ ਇਹ ਗੱਲ ਸਿੱਧੇ ਤੌਰ ਤੇ ਕਹੀ ਆ ਕਿ ਵੇਖੋ ਜੱਗੂ ਭਗਵਾਨਪੁਰੀਆ ਕਬੱਡੀ ਦੇ ਜ਼ਰੀਏ ਆਪਣੀ ਜਿਹੜੀ ਬਲੈਕ ਮਨੀ ਆ ਉਹ ਵਾਈਟ ਕਰ ਰਿਹਾ ਵਾ। ਤੇ ਅਸੀਂ ਸਿੱਧੇ ਤੌਰ ਤੇ ਤੁਹਾਨੂੰ ਦੱਸ ਦਿੰਦੇ ਆ, ਕੰਨ ਖੋਲ ਕੇ ਗੱਲ ਸੁਣ ਲਓ ਕਿ ਬਈ ਜੇਕਰ ਇਹਦੇ ਕਹਿਣ ਤੇ ਤੁਸੀਂ ਖੇਡੇ ਜੀ, ਜੇ ਇਹਦੇ ਕਰਕੇ ਤੁਸੀਂ ਕਬੱਡੀ ਮੈਚ ਖੇਡੇ ਜਾਂ ਛੱਡੇ, ਤਾਂ ਫਿਰ ਤੁਸੀਂ ਆਪਣਾ ਅੰਦਾਜ਼ਾ ਲਾ ਲਓ ਕਿ ਤੁਸੀਂ ਆਪਣੀ ਮੌਤ ਦੇ ਜ਼ਿੰਮੇਵਾਰ ਆਪ ਹੋਵੋਗੇ। ਸਿੱਧੇ ਤੌਰ ਤੇ ਪਲੇਅਰਾਂ ਨੂੰ ਵਾਰਨਿੰਗ ਹੈ ਕਿ ਭਾਈ ਤੁਸੀਂ ਇਹਦੇ ਕਹਿਣ ਤੇ ਚੱਲਣਾ ਨਹੀਂ ਹੈ, ਤੇ ਜੇ ਚੱਲੇ ਤਾਂ ਫਿਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਜੀ। ਤਾਂ ਹੁਣ ਤੁਸੀਂ ਇਹ ਦੇਖ ਲਓ ਕਿ ਇਹ ਕਬੱਡੀ ਵਾਲੀ ਖੇਡ ਹੁਣ ਕਿੱਧਰ ਨੂੰ ਤੁਰ ਪਈ ਆ ਜੀ। ਅਸਲ ਦੇ ਵਿੱਚ ਕੀ ਹੈ ਵਿਜੇ ਜੀ ਕਿ ਇਹ ਮਾਮਲਾ ਨਾ ਜਿਹੜਾ ਉਹ ਅੱਜ ਤੋਂ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਗੂੰਜਿਆ ਸੀਗਾ। ਇੱਕ ਫੈਡਰੇਸ਼ਨ ਦੇ ਮੁਖੀ ਨੇ DGP ਨੂੰ ਚਿੱਠੀ ਲਿਖੀ ਸੀਗੀ, ਉਦੋਂ ਅਮਰਿੰਦਰ ਸਿੰਘ ਚੀਫ ਮਿਨਿਸਟਰ ਹੁੰਦਾ ਸੀਗਾ, ਕਿ ਭਾਈ ਕਬੱਡੀ ਦੇ ਵਿੱਚ ਜਿਹੜੀ ਨਵੀਂ ਲੀਗ ਸਟਾਰਟ ਹੋ ਰਹੀ ਹੈ ਉਹਦੇ ਚ ਕਥਿਤ ਤੌਰ ਤੇ ਜੱਗੂ ਭਗਵਾਨਪੁਰੀਆ ਦੀ ਇਨਵੈਸਟਮੈਂਟ ਆ, ਉਹ ਖਿਡਾਰੀਆਂ ਨੂੰ ਇੱਧਰ ਉੱਧਰ ਲਿਆ ਰਹੇ ਨੇ ਤੇ ਇਹਦੀ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਵਗੈਰਾ ਵਗੈਰਾ, ਇਹ ਗੱਲਾਂ ਹੋਈਆਂ ਜੀ। ਉਹ ਔਨ ਰਿਕਾਰਡ ਪਈ ਆ, ਜੇ ਵੀ ਸ਼ਿਕਾਇਤ ਤੁਹਾਨੂੰ ਮਿਲ ਜਾਏਗੀ ਗੂਗਲ ਤੇ, ਜੇ ਤੁਸੀਂ ਭਾਲੋਗੇ ਤਾਂ ਲਿੰਕ ਮਿਲ ਜਾਣਗੇ। ਬਾਅਦ ਦੇ ਵਿੱਚ ਉਸੇ ਹੀ ਫੈਡਰੇਸ਼ਨ ਮੁਖੀ ਦਾ ਸੰਦੀਪ ਨੰਗਲ ਅੰਬੀਆਂ ਵਾਲੇ ਕਤਲकांड ਦੇ ਵਿੱਚ ਨਾਮ ਵੀ ਆਇਆ। ਤਾਂ ਗੱਲ ਇਹ ਆ ਕਿ ਬਈ ਉੱਥੋਂ ਜੇਤਿਆ ਕਹਾਣੀ ਸ਼ਾਇਦ ਮਤਲਬ ਕਿ ਨਿਚੋੜ ਲਈ ਜਾਂਦੀ, ਉਹਦੇ ਚ ਵੇਖ ਲਿਆ ਜਾਂਦਾ ਕਿ ਕੀ ਇਨਵੋਲਵਮੈਂਟ ਇਸ ਤਰ੍ਹਾਂ ਦੀ ਹੈਗੀ ਆ ਜਾਂ ਨਹੀਂ, ਤਾਂ ਬਹੁਤ ਵਧੀਆ ਸੀਗਾ। ਪਰ ਉਹ ਗਾਂ ਤੁਹਾਨੂੰ ਪਤਾ ਕਿ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਕਬੱਡੀ ਦੇ ਇੱਕ ਮਹਾਨ ਖਿਡਾਰੀ ਦੀ ਬਲੀ ਲੈ ਲਈ ਗਈ
ਜੀ ਤਾਂ ਹੁਣ ਫੇਰ ਉੱਥੋਂ ਹੀ ਕਹਾਣੀ ਫੇਰ ਸ਼ੁਰੂ ਹੋ ਗਈ, ਜਿੱਥੋਂ ਖਤਮ ਹੋਈ ਉੱਥੋਂ ਫੇਰ ਸ਼ੁਰੂ ਹੋ ਗਈ। ਗੱਲ ਫੇਰ ਉੱਥੇ ਹੀ ਸ਼ੁਰੂ ਹੋ ਗਈ ਨਾ ਕਿ ਭਾਈ ਮਤਲਬ ਕਿ ਕਬੱਡੀ ਲੀਗ ਵੀ ਚੱਲ ਰਹੀ ਹੈ, ਸਾਰਾ ਕੁਝ ਹੁਣ ਸੀਜ਼ਨ ਸ਼ੁਰੂ ਹੋਣ ਵਾਲਾ ਕਿ ਜੇ ਤੁਸੀਂ ਉਧਰ ਉਹਦੇ ਕਹਿਣ ਤੇ ਗਏ ਜਾਂ ਉਹਦੇ ਕਹਿਣ ਤੇ ਤੁਸੀਂ ਕੋਈ ਮੈਚ ਮਿਸ ਕੀਤਾ ਤਾਂ ਫਿਰ ਅਸੀਂ ਵੇਖਾਂਗੇ ਜੀ। ਤੇ ਇਹਦਾ ਮਤਲਬ ਕਿ ਕਬੱਡੀ ਖਿਡਾਰੀ ਤਾਂ ਫਿਰ ਡਰ ਦੇ ਇੱਕ ਭੈ ਦੇ ਸਿਆਹੇ ਹੇਠ ਰਹਿਣਗੇ ਨਾ। ਹੁਣ ਤੁਸੀਂ ਤਾਂ ਕਿਸੇ ਨੂੰ ਵੀ ਕਹਿ ਸਕਦੇ ਹੋ ਕਿ ਹਾਂ ਓਏ ਤੂੰ ਉਹਦੇ ਲਈ ਕੰਮ ਕਰਦਾ ਜੀ। ਹੁਣ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਤੂੰ ਮਤਲਬ ਕਿ ਡਰਦਾ, ਹੁਣ ਦੇਖੋ ਕੋਈ ਬੰਦਾ ਪਲੇਅਰ ਹੈ ਵਿਜੇ ਜੀ, ਬੜੀ ਸਿੰਪਲੀ ਆਪਾਂ ਗੱਲ ਕਰਦੇ ਹਾਂ ਕਿ ਕੋਈ ਬੰਦਾ ਉਹ ਬੰਦੂਕ ਦੇ ਡਰ ਤੋਂ ਖੇਡ ਰਿਹਾ ਜਾਂ ਨਹੀਂ ਖੇਡ ਰਿਹਾ, ਉਹ ਤਾਂ ਡਰ ਹੀ ਰਿਹਾ ਹੈ ਨਾ। ਸਹੀ ਗੱਲ, ਉਹ ਤਾਂ ਡਰ ਰਿਹਾ ਹੈ। ਹੁਣ ਗੱਲ ਇਹ ਕਿ ਉਹ ਤੁਹਾਡੇ ਤੋਂ ਵੀ ਡਰੇਗਾ ਤੇ ਫਿਰ ਉਹਦੇ ਤੋਂ ਤਾਂ ਡਰ ਹੀ ਰਿਹਾ। ਹੁਣ ਤੁਸੀਂ ਵੀ ਡਰਾ ਰਹੇ ਹੋ, ਇਹਦਾ ਮਤਲਬ ਕੋਈ ਖੇਡਣਾ ਹੀ ਛੱਡੇਗਾ। ਬਿਲਕੁਲ। ਤੁਸੀਂ ਕਹਿ ਰਹੇ ਹੋ ਕਿ ਉਹ ਡਰਾ ਕੇ ਕਰ ਰਿਹਾ ਜਾਂ ਏਦਾਂ ਕਰ ਰਿਹਾ, ਉਹ ਖਿਡਾਰੀ ਤਾਂ ਡਰਦਾ ਹਮੇਸ਼ਾ, ਖਿਡਾਰੀ ਤਾਂ ਮੋਚ ਤੋਂ ਵੀ ਡਰਦਾ ਕਿ ਮੋਚ ਆ ਗਈ ਤੇ ਮੇਰੇ ਮੈਚ ਮਿਸ ਹੋ ਜਾਣਗੇ, ਮੇਰਾ ਸੀਜ਼ਨ ਮਿਸ ਹੋ ਜਾਏਗਾ। ਤਾਂ ਗੋਲੀ ਤਾਂ ਬਹੁਤ ਵੱਡੀ ਚੀਜ਼ ਹੈ, ਔਰ ਨੰਗਲੰਬੀਆ ਕਤਲकांड ਨੇ ਹਿਲਾ ਕੇ ਰੱਖ ਦਿੱਤਾ ਕਬੱਡੀ ਜਗਤ ਨੂੰ ਕਿ ਜੇ ਹੁਣ ਇੱਕ ਪਾਸਿਓਂ ਡਰਦਾ ਬੰਦਾ ਤੇ ਤੁਸੀਂ ਵੀ ਡਰਾ ਰਹੇ ਤੇ ਇਹਦਾ ਮਤਲਬ ਕਿ ਉਹ ਮੱਥਾ ਹੀ ਟੇਕ ਦੇਗਾ ਗਰਾਊਂਡ ਨੂੰ ਕਿ ਮੈਂ ਚੱਲਿਆ, ਮੈਨੂੰ ਮਾਫ ਕਰੋ। ਤਾਂ ਇਹ ਤਾਂ ਫਿਰ ਓਵਰਆਲ ਜੇ ਦੇਖੀਏ ਤਾਂ ਕਬੱਡੀ ਦੇ ਸਿਰ ਤੇ ਬਹੁਤ ਵੱਡਾ ਇੱਕ ਇਸ ਵੇਲੇ ਸੰਕਟ ਹੈ ਜੀ ਕਿ ਭਾਈ ਚੱਲ ਕੀ ਰਿਹਾ। ਔਰ ਦੂਜੀ ਗੱਲ ਹੈ, ਜਿਹਦਾ ਨੁਕਸਾਨ ਕਰਨਾ ਤੁਸੀਂ ਤੇ ਨੁਕਸਾਨ ਕਰਕੇ ਆਖ ਦੋਗੇ ਇਹ ਫਲਾਣੇ ਨਾਲ ਜੁੜਿਆ ਸੀਗਾ। ਕੌਣ ਸਰਟੀਫਿਕੇਟ ਦੇਖਦਾ ਹੈ? ਇਹ ਵੀ ਤਾਂ ਹੈ ਨਾ, ਨਿਸ਼ਾਨਦੇਹੀ ਕਿਵੇਂ ਕਰੋਗੇ ਇਹਨਾਂ ਚੀਜ਼ਾਂ ਦੀ। ਸੋ ਇਹਦਾ ਮਤਲਬ ਤੇ ਇਹ ਹੋਇਆ ਕਿ ਜੇ ਤਾਂ ਹੁਣ ਇਹ ਸਿਆਣੇ ਹੋਣ ਭਗਵੰਤ ਸਿੰਘ ਮਾਨ ਹੋਰੀ ਤੇ ਇਧਰਲੇ ਪਾਸੇ ਹੁਣੇ ਵੀ ਖੁਫੀਆ ਤੌਰ ਤੇ ਇਹ ਜਾਂਚ ਪੜਤਾਲ ਕਰਵਾ ਲੈਣ। ਜੱਗੂ ਭਗਵਾਨਪੁਰੀਆ ਇਹਨਾਂ ਦੀ ਹਿਰਾਸਤ ਦੇ ਵਿੱਚ ਹੀ ਆ, ਹੋਰ ਵੀ ਬੰਦੇ ਇਹਨਾਂ ਦੀ ਹਿਰਾਸਤ ਦੇ ਵਿੱਚ ਹੀ ਆ। ਜੇ ਕਬੱਡੀ 'ਚ ਐਸਾ ਕੁਝ ਚੱਲਦਾ ਤੇ ਹੁਣੇ ਰੋਕ ਲੈਣ, ਠੀਕ ਰਹੇਗਾ, ਨਹੀਂ ਤਾਂ ਅੱਗੇ ਹੀ ਬੜਾ ਲੇਟ ਹੋਏ ਪਏ। ਔਰ ਦੂਜੀ ਗੱਲ ਇੱਕ ਹੋਰ ਵੀ ਤੁਸੀਂ ਦੇਖੋ ਨਾ ਕਿ ਅੱਜ ਕੱਲ ਗੇਮਾਂ ਦੇ ਵਿੱਚ ਪੈਸਾ ਬਹੁਤ ਹੈ। ਵਿਜੇ ਜੀ ਗੱਲ ਥੋੜੀ ਲੰਬੀ ਹੋ ਰਹੀ ਹੈ ਪਰ ਬਹੁਤ ਜ਼ਰੂਰੀ ਹੈ, ਬੜੀ ਕ੍ਰੂਸ਼ਲ ਹੈ ਕਿ ਅੱਜ ਵਾਲੀਬਾਲ ਸ਼ੂਟਿੰਗ ਪਿੰਡਾਂ 'ਚ ਖੇਡਿਆ ਜਾਂਦਾ ਤਾਂ ਉੱਥੇ ਵੀ ਇਨਾਮ ਵਰਸਦੇ ਆ, NRIs ਮਤਲਬ ਕਿ ਹਜ਼ਾਰਾਂ ਰੁਪਈਆ ਦਿੰਦੇ ਨੇ ਇੱਕ ਸ਼ਾਟ ਤੇ ਲੱਗਦਾ। ਤਾਂ ਇਹਦਾ ਮਤਲਬ ਕਿ ਕੱਲ ਨੂੰ ਉਧਰ ਵੀ ਹੋ ਜਾਣਗੇ। ਕ੍ਰਿਕਟ ਦੇ ਵਿੱਚ ਅੱਜ ਕੱਲ ਟਰੈਕਟਰ ਦਿੱਤੇ ਜਾਂਦੇ ਨੇ ਜੀ, ਲੱਖਾਂ ਰੁਪਈਆ ਇਨਾਮ ਹੈ ਕ੍ਰਿਕਟ ਟੂਰਨਾਮੈਂਟਾਂ ਦਾ, ਫਿਰ ਤੁਸੀਂ ਉਧਰ ਵੀ ਹੋ ਜਾਓਗੇ। ਤਾਂ ਗੇਮ ਚੱਲੇਗੀ ਕਿਹੜੀ, ਇਹ ਵੀ ਤਾਂ ਦੱਸ ਦਿਓ ਨਾ। ਹਰੇਕ ਪਾਸੇ ਤੁਸੀਂ ਤੇ ਖੂਨ ਡੋਲਣ ਨੂੰ ਫਿਰਦੇ ਹੋ, ਸੜਕਾਂ ਤੇ ਉਦਾਂ ਹੀ ਵੈਸੇ ਐਕਸੀਡੈਂਟਾਂ 'ਚ ਖੂਨ, ਆਪਸ ਦੇ ਵਿੱਚ ਵੀ ਖੂਨ, ਤਾਂ ਖੂਨ ਹੀ ਖੂਨ। ਤਾਂ ਇਹਦਾ ਮਤਲਬ ਕਿ ਹੁਣ ਤੁਸੀਂ ਗਰਾਊਂਡ ਨੂੰ ਵੀ ਖੂਨੋ ਖੂਨ ਕਰਨਾ। ਤਾਂ ਭਾਈ ਉਹ ਫਿਰ ਜਿਵੇਂ ਨਾ ਅੰਜੁਮ ਸਾਹਿਬ ਨੇ ਆਖਿਆ ਸੀ, ਮਿਲੇ ਹੈ आंख को मंजर लहू में डूबे हुए तमाम शहर के पत्थर लहू में डूबे हुए। ਤਾਂ ਕੋਈ ਚੀਜ਼ ਤੇ ਛੱਡੋ ਨਾ, ਤੁਸੀਂ ਖੇਡ ਦੇ ਮੈਦਾਨ ਨੂੰ ਵੀ ਹੁਣ ਰੱਤਾ ਕਰਨਾ ਚਾਹੁੰਦੇ ਹੋ, ਉਹਨੂੰ ਰਤਨਾ ਚਾਹੁੰਦੇ ਤਾਂ ਬਹੁਤ ਬਹੁਤ ਗਲਤ ਦਿਸ਼ਾ ਵੱਲ ਵਧਿਆ ਜਾ ਰਿਹਾ ਹੈ ਜੀ। ਮਿੰਟੂ ਜੀ, CM ਮਾਨ ਦੇ ਕਾਫਲੇ ਦੇ ਵਿੱਚ ਕਹਿੰਦੇ ਕਾਰਾਂ ਦੀ ਬਹੁਤ ਚੰਗੀ ਬਹੁਤਾਤ ਹੈ ਤੇ ਜੇ ਦੇਖਿਆ ਜਾਵੇ ਗਿਣਤੀ ਦੇ ਮਾਮਲੇ 'ਚ ਬਾਦਲ ਤੇ ਕੈਪਟਨ ਨਾਲੋਂ ਵੀ ਵੱਧ ਕਾਰਾਂ ਨੇ CM ਮਾਨ ਦੇ ਕਾਫਲੇ 'ਚ। ਸਹੀ ਗੱਲ ਹੈ ਜੀ ਇਹ? ਹਾਂਜੀ, ਗੱਲ ਤੇ ਇਹੋ ਹੀ ਹੈ ਕਿ ਦੇਖੋ ਹੁਣ ਦੋ ਰਤੀਆਂ ਜੇ ਉਹਨਾਂ ਨਾਲੋਂ ਵਧੇ ਹੀ ਨਾ ਤੇ ਫਿਰ ਦੁਨੀਆ ਨੋਟਿਸ ਕੀ ਕਰੇਗੀ। ਦੁਨੀਆ ਨੂੰ ਨੋਟਿਸ ਵੀ ਕਰਾਉਣਾ ਹੈ ਨਾ। ਇਹ 42 ਕਾਰਾਂ ਰੱਖਦੇ ਨੇ ਨਾਲ, ਕਹਿੰਦੇ ਜੀ 42 ਕਾਰਾਂ ਦਾ ਕਾਫਲਾ ਹੈ। ਅੱਜ ਕੱਲ ਤੇ ਇੰਨੀਆਂ ਕੋ ਗੱਡੀਆਂ ਵੈਸੇ ਕਹਿ ਦਿੰਦੇ ਆ ਕਿ ਇੰਨੀਆਂ ਗੱਡੀਆਂ ਤੇ ਅੱਜ ਕੱਲ ਤਗੜਾ ਗਾਇਕ ਵੀ ਨਾਲ ਰੱਖੀ ਕਰਦਾ ਹੈ ਤੇ ਕੋਈ ਚੱਕਰ ਨਹੀਂ ਹੈਗਾ। ਤਾਂ ਦੇਖੋ ਬਈ ਇਹ ਤਾਂ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਵੈਸੇ ਕਾਫਲਾ ਤੇ ਬੜਾ ਲੰਬਾ, ਮੈਂ ਦੇਖਿਆ, ਅਸੀਂ ਕਵਰ ਕਰਦੇ ਰਹੇ ਨਾ ਸੰਗਤ ਦਰਸ਼ਨ ਜੀ। ਉਹ ਤੇ ਇੱਕ ਪਿੰਡ ਤੋਂ ਸ਼ੁਰੂ ਹੁੰਦਾ ਸੀ ਤੇ ਦੂਜਾ ਪਿੰਡ, ਉਹ ਕਾਲੀ ਵੀ ਨਾਲ ਬੜੀਆਂ ਕਾਰਾਂ ਭਜਾਈ ਫਿਰਦੇ ਹੁੰਦੇ ਸੀਗੇ। ਇਹ ਤੇ ਛੇਤੀ ਕਿਤੇ ਆਮ ਆਦਮੀ ਪਾਰਟੀ ਵਾਲੇ ਤੇ ਆਪਣੇ ਵਰਕਰ ਨੂੰ ਨੇੜੇ ਨਹੀਂ ਲੱਗਣ ਦਿੰਦੇ। ਉਹ ਵਿੱਚ ਕਾਰਾਂ ਉਹਨਾਂ ਦੀਆਂ ਵੀ ਤੁਰੀਆਂ ਫਿਰਦੀਆਂ ਹੁੰਦੀਆਂ ਸੀਗੀਆਂ, ਬੜੀਆਂ ਗੱਡੀਆਂ ਹੁੰਦੀਆਂ ਸੀਗੀਆਂ। ਐਂਬੂਲੈਂਸ ਹੈ ਜੀ, ਫਾਇਰ ਬ੍ਰਿਗੇਡ ਆ, ਜੋ CM ਦੀ ਸੁਰੱਖਿਆ ਦਾ ਪ੍ਰੋਟੋਕਾਲ ਹੈ, ਪਰ ਨਾਲ ਸਿਵਲ ਗੱਡੀਆਂ ਵੀ ਬਥੇਰੀਆਂ ਹੁੰਦੀਆਂ ਸੀਗੀਆਂ। ਤਾਂ 33 ਗੱਡੀਆਂ ਸੀ, 7 ਤੋਂ ਜੋ 12 ਤੱਕ ਉਹਨਾਂ ਦਾ ਕਾਰਜਕਾਲ ਰਿਹਾ, ਫਿਰ 12 ਤੋਂ 17 33 ਗੱਡੀਆਂ ਫੇਰ ਰਹੀਆਂ ਨੇ ਜੀ। ਤੇ ਤੀਸਰੇ ਨੰਬਰ ਤੇ ਆ ਗਿਆ ਫਿਰ ਜੇ ਤੁਸੀਂ ਦੇਖੋਗੇ ਤਾਂ ਅਮਰਿੰਦਰ ਸਿੰਘ, 33 ਗੱਡੀਆਂ ਇਹਨਾਂ ਨੇ ਰੱਖੀਆਂ। ਤੇ ਉਸ ਤੋਂ ਬਾਅਦ ਇੱਕ ਚੀਫ ਮਿਨਿਸਟਰ ਹੋਰ ਆ ਗਿਆ ਜਿਹੜਾ ਅੱਜ ਕੱਲ ਕੈਨੇਡਾ ਰਹਿੰਦਾ ਹੈ, ਪੱਕਾ ਨਹੀਂ ਹੈ ਪਰ ਕੱਚੇ ਤੌਰ ਤੇ ਜਿਹੜਾ ਹੈ, ਕਿਹੜਾ ਸਨੀ 111 ਦਿਨ ਵਾਲਾ। ਤਾਂ ਇਹਨਾਂ ਨੇ ਗੱਡੀਆਂ ਜਿਹੜੀਆਂ ਥੋੜੀਆਂ ਜਿਹੀਆਂ ਵਧਾ ਦਿੱਤੀਆਂ ਜੀ। ਹੁਣ ਦੇਖੋ ਗੱਲ ਇਹ ਆ, ਇਹਨਾਂ ਨੇ 39 ਕਰ ਦਿੱਤੀਆਂ, 39 6 ਵਧਾ ਦਿੱਤੀਆਂ। 6 ਇਸ ਕਰਕੇ ਵਧਾ ਦਿੱਤੀਆਂ, ਉਹ ਕਹਿੰਦੇ ਹੁੰਦੇ ਸੀ ਮੈਂ ਟੈਂਟ ਵੀ ਕੱਟਦਾ, ਮੈਂ ਤਾਂ ਆਟੋ ਵੀ ਚਲਾ ਲੈਣਾ, ਮੈਂ ਤਾਂ ਆਮ ਬੰਦਾ। ਤਾਂ ਇਹਨਾਂ ਨੇ ਦਿਖਾ ਦਿੱਤਾ ਕਿ ਆਮ ਬੰਦੇ ਨੂੰ ਥੋੜੀ ਐਕਸਟਰਾ ਜ਼ਰੂਰਤ ਹੁੰਦੀ ਹੈ। ਤੇ ਦੂਜੇ ਕਹਿੰਦੇ ਨਹੀਂ, ਉਦੋਂ ਹੀ ਲੜਦੇ ਹੁੰਦੇ ਸੀ ਨਾ ਕਿ ਨਹੀਂ ਤੂੰ ਆਮ ਆਦਮੀ ਨਕਲੀ ਹੈ। ਯਾਦ ਹੈ ਕੇਜਰੀਵਾਲ ਕਹਿੰਦਾ ਸੀਗਾ ਇਹ ਨਕਲੀ ਆਮ ਆਦਮੀ ਹੈ, ਅਸਲੀ ਆਮ ਆਦਮੀ ਕੌਣ ਹੈ? ਹਮ ਹੈ।
ਤਾਂ ਫਿਰ ਉਹਨਾਂ ਨੇ ਸਾਬਤ ਕਰਨ ਵਾਸਤੇ 3 ਉਹਨਾਂ ਨੇ ਹੋਰ ਵਧਾ ਦਿੱਤੀਆਂ ਜੀ, ਇਹਨਾਂ ਨੇ 42 ਕਰ ਦਿੱਤੀਆਂ। ਭਗਵੰਤ ਮਾਨ ਦੇ ਕਾਫਲੇ 'ਚ ਇਸ ਵੇਲੇ 42 ਆ। ਖੈਰ ਇਹ ਰਾਜਨੀਤੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਚੱਲਦਾ ਹੁੰਦਾ ਆ। ਇਹ ਤਰ੍ਹਾਂ ਤੇ ਜੇ ਤੁਸੀਂ ਦੇਖੋਗੇ ਮੈਨੂੰ ਯਾਦ ਆ, ਮੈਂ ਤੁਹਾਨੂੰ ਤਰੀਕ ਵੀ ਦੱਸ ਦਿੰਦਾ, ਜੂਨ ਦਾ ਮਹੀਨਾ ਸੀਗਾ ਤੇ ਸਾਲ ਸੀਗਾ 2013। ਅਰਵਿੰਦ ਕੇਜਰੀਵਾਲ ਦਾ ਐਫੀਡੈਵਿਟ ਆਇਆ ਸੀਗਾ, ਉਸ ਵੇਲੇ ਦੇਸ਼ ਸਾਰਾ ਖਿੱਚਿਆ ਗਿਆ ਸੀ। ਉਹਦੇ 'ਚ ਲਿਖਿਆ ਸੀ ਮੈਂ ਲਾਲ ਬੱਤੀ ਕੀ ਗਾੜੀ ਨਹੀਂ ਲੂੰਗਾ, ਮੈਂ ਆਪਣੇ ਨਾਲ ਹਿੰਦੀ ਦਾ ਸ਼ਬਦ ਹੈ ਨਾ ਅਨਾਵਸ਼ਕ, ਮਤਲਬ ਕਿ ਗੈਰ ਜ਼ਰੂਰੀ ਸੁਰੱਖਿਆ ਨਹੀਂ ਲਵਾਂਗਾ, ਤਾਂ ਇਸ ਤਰ੍ਹਾਂ ਮੈਂ ਬੜਾ ਬੰਗਲਾ ਨਹੀਂ ਲਵਾਂਗਾ। ਉਹ ਨਾਲ ਕਿਹਾ ਗਿਆ ਸੀਗਾ ਮੈਂ ਸਵਰਾਜ ਦਾ ਧਾਰ ਨਹੀਂ ਰਹੂੰਗਾ, ਪੂਰਾ ਲੋਕਪਾਲ ਦੀ ਗੱਲ ਕਰੂੰਗਾ, ਵਗੈਰਾ ਵਗੈਰਾ। ਉਹ ਸਾਰੇ ਨੁਕਤੇ ਸੀ ਉਹਦੇ 'ਚ ਜੀ। ਤੇ ਅੱਜ ਤੁਸੀਂ ਦੇਖ ਲਓ, ਇਹਨਾਂ ਨੇ ਕਿਹਾ ਸੀਗਾ ਕਿ ਸਾਰੇ ਆਪਾਂ ਇਦਾਂ ਦਾ ਐਫੀਡੈਵਿਟ ਦੇਵਾਂਗੇ, ਤਾਂ ਉਹ ਐਫੀਡੈਵਿਟ ਅੱਜ ਵੀ ਤੁਹਾਨੂੰ ਮਿਲ ਜਾਣੀ। ਕਿਤੇ ਮਾੜੀ ਮੋਟੀ ਉਹਦੀ ਸੂਰਤ ਮੂਰਤ ਕਿਤੇ ਨਾ ਕਿਤੇ ਤੁਰੀ ਫਿਰਦੀ ਹੋਏਗੀ, ਪਰ ਬਾਅਦ 'ਚ ਕੀ ਹੋਇਆ? ਹੁਣ ਤਾਂ ਦੋਸ਼ ਇਹ ਲੱਗਦਾ ਕਿ ਕੇਜਰੀਵਾਲ ਸਾਹਿਬ ਵਾਸਤੇ ਪੰਜਾਬ 'ਚੋਂ ਵੀ ਸਿਕਿਉਰਿਟੀ ਜਾਂਦੀ ਹੈ ਜੀ। ਜੋ ਸਾਡਾ ਉੱਥੇ ਕਪੂਰਥਲਾ ਹਾਊਸ ਆ, ਉੱਥੇ ਬੈਠੇ ਰਹਿੰਦੇ, ਜਦੋਂ ਲੋੜ ਹੁੰਦੀ ਆ ਸੀਟੀ ਮਾਰ ਕੇ ਬੁਲਾਉਣੋਂ ਹਟ ਜਾਂਦਾ, ਇਹ ਸੀਟੀ ਮਾਰ ਕੇ ਬੁਲਾ ਲੈਂਦੇ ਕਿ ਆ ਜਾ ਬਾਈ। ਰਾਘਵ ਚੱਡਾ ਦੇ ਨਾਲ ਵੀ ਬੜੀ ਸਿਕਿਉਰਿਟੀ ਦੀ ਚਰਚਾ ਹੁੰਦੀ ਹੈ। ਸੋ ਗੱਲ ਇਹ ਆ ਕਿ ਹੁਣ ਲੋਕ ਬਈ ਖੀਰ ਇਹੀ ਕਹਿਣਗੇ, ਫਿਰ ਤੁਸੀਂ ਕਹੋਗੇ ਕਿ ਲੋਕ ਕਹਿੰਦੇ ਆ। ਭਗਵੰਤ ਮਾਨ ਹੋਰੀ ਆਪ ਹੀ ਕਹਿੰਦੇ ਸਨ ਕਿ ਜੀ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਉਹਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਗਨਮੈਨਾਂ ਦੀ ਲੋੜ ਨਹੀਂ ਹੁੰਦੀ। ਪਰ ਤੁਸੀਂ ਹੁਣ ਦੇਖ ਲਓ ਕਿ ਲੋੜ ਪੈ ਜਾਂਦੀ ਆ, ਤਾਂ ਫਿਰ ਲੋਕ ਤਾਂ ਕਹਿਣਗੇ ਕਿ ਜਦੋਂ ਹਰੇਕ ਨੂੰ ਇਸ ਤਰ੍ਹਾਂ ਦੀ ਲੋੜ ਪੈ ਜਾਂਦੀ ਆ ਤਾਂ ਬਦਲਣ ਤੇ ਕੀ ਕਹਿਣਗੇ, ਸਰਕਾਰ ਬਦਲਣ ਤੇ ਕੀ ਕਹਿਣਗੇ ਕਿ ਖਸਮ ਕੀਤਾ ਪੜਪੂੰਜਾ, ਉਹੀ ਭੱਠੀ ਤੇ ਉਹੀ ਖੂੰਜਾ ਜੀ। ਮਿੰਟੂ ਜੀ ਇਹ ਦੱਸਿਓ, ਹੁਣ ਅੱਜ ਰਸਮੀ ਤੌਰ ਤੇ ਜਿਹੜਾ ਹਵਾਈ ਅੱਡਾ ਚੰਡੀਗੜ੍ਹ ਵਾਲਾ, ਉਹਦਾ ਨਾਮ ਬਦਲ ਦਿੱਤਾ ਗਿਆ ਜੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ। ਬੀਤੇ ਦਿਨੀ ਅਨਾਊਂਸਮੈਂਟ ਕੀਤੀ ਗਈ ਸੀ, ਤੁਸੀਂ ਖਬਰ ਸਾਂਝੀ ਕੀਤੀ ਸੀ। ਪਰ ਇਹਦੇ ਨਾਲ ਪੰਜਾਬ ਤੇ ਹਰਿਆਣਾ ਇਹਨਾਂ ਦੀ ਇੱਕ ਵੱਖਰੀ ਮੰਗ ਵੀ ਸੀਗੀ ਇਸੇ ਏਅਰਪੋਰਟ ਦੇ ਨਾਮ ਨੂੰ ਲੈ ਕੇ। ਉਹ ਦੋਹਾਂ ਦੀ ਮੰਗ ਦੇ ਉੱਪਰ ਕਾਂਟਾ ਫਿਰ ਗਿਆ ਇਸ ਅੱਜ ਏਅਰਪੋਰਟ ਦੇ ਰਸਮੀ ਤੌਰ ਤੇ ਨਾਮ ਦੇ ਵਿੱਚ ਤਬਦੀਲੀ ਨਾਲ। ਉਹ ਕਿਹੜੀ ਮੰਗ ਸੀ ਜੀ? ਨਹੀਂ ਦੇਖੋ, ਕੇਂਦਰ ਕੀ ਕਰੇ, ਜੇ ਹੁਣ ਇੱਕ ਨੂੰ ਵੀ ਛੱਡਦਾ ਤੇ ਰੜਕਾ ਪੈਣਾ ਹੈ। ਜੇ ਦੋਨੇ ਨਾਮ ਲਾ ਦੇਵੇਗਾ ਤੇ ਫਿਰ ਮਸਲਾ ਜਿਹੜਾ ਉਹ ਖਰਾਬ ਹੋਏਗਾ, ਜੀਓਗ੍ਰਾਫੀ ਵਿਗੜ ਜਾਣਾ, ਨਾ ਹੀ ਬੜਾ ਵੱਡਾ ਬਣ ਜਾਣਾ ਨਾ। ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਮੋਹਾਲੀ ਚੰਡੀਗੜ੍ਹ ਪੰਚਕੂਲਾ ਜੀ, ਇਹ ਤਾਂ ਬੜਾ ਵੱਡਾ ਨਾਮ ਹੋ ਜਾਣਾ। ਐਡਾ ਜਹਾਜ਼ ਨਹੀਂ ਹੁੰਦਾ ਕਈ ਵਾਰੀ ਜਿਹੜਾ ਲੈਂਡ, ਐਡਾ ਜਹਾਜ਼ ਨਹੀਂ ਹੁੰਦਾ ਕਈ ਵਾਰੀ ਜਿਹੜਾ ਲੈਂਡ ਕਰਦਾ। ਹਾਂ ਬਿਲਕੁਲ, ਮੈਂ ਤੇ ਆਪ ਸੋਚਦਾ ਪਿਆ ਸੀਗਾ ਟਿਕਟ ਤੇ ਪੂਰਾ ਨਹੀਂ ਆਉਣਾ, ਇਹ ਨਾਲ ਐਕਸਟਰਾ ਕਾਗਜ਼ ਲਾਉਣਾ ਪੈਣਾ ਆ, ਐਡਾ ਵੱਡਾ ਨਾਮ ਬਣ ਜਾਏਗਾ। ਤਾਂ ਕੇਂਦਰ ਵਾਲਿਆਂ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਦੋਨਾਂ ਨੂੰ ਪਾਸੇ ਕਰਕੇ ਚੰਡੀਗੜ੍ਹ ਹੀ ਰੱਖ ਦਿੰਦੇ ਆ। ਤਾਂ ਉਹਨਾਂ ਨੇ ਇਹਦਾ ਨਾਮਕਰਨ, ਦੇਖੋ ਪਹਿਲੀ ਗੱਲ, ਇੰਡੀਆ 'ਚ ਇੰਨੀਆਂ ਪੁੱਠੀਆਂ ਹਰਕਤਾਂ ਕਰਦੇ ਆ ਨਾ ਇਹ ਜੀ। 16 'ਚ ਉਦਘਾਟਨ ਕਰ ਗਿਆ ਸੀ ਪ੍ਰਧਾਨ ਮੰਤਰੀ, ਇਹਦਾ ਚੱਲਿਆ ਹਾਲੇ ਤੱਕ ਨਹੀਂ ਸੀਗਾ। ਕੌਮਾਂਤਰੀ ਫਲਾਈਟਾਂ ਹਾਲੇ ਵੀ ਨਹੀਂ ਪੂਰੀਆਂ ਚੱਲੀਆਂ ਹੈਗੀਆਂ। 16 'ਚ ਉਦਘਾਟਨ ਹੋ ਗਿਆ ਤੇ ਪ੍ਰਧਾਨ ਮੰਤਰੀ ਨੇ ਫੇਰ ਆ ਜਾਣਾ ਸੀ। ਮੈਂ ਤੁਹਾਨੂੰ ਪੱਕਾ ਦੱਸ ਦਿੰਦਾ, ਉਹ ਤਾਂ ਚਲੋ ਮਾੜੀ ਕਿਸਮਤ ਹੋ ਗਈ। ਸ਼ਿੰਜੂ ਆਬੇ ਜੀ, ਉਹਦਾ ਕਤਲ ਹੋ ਗਿਆ ਸੀਗਾ ਨਾ ਜਾਪਾਨ ਦੇ ਵਿੱਚ, ਉਹਦੇ ਸੰਸਕਾਰ ਤੇ ਚਲਾ ਗਿਆ। ਪ੍ਰਧਾਨ ਮੰਤਰੀ ਨਹੀਂ ਆ ਜਾਣਾ ਸੀ ਉਹਨੇ ਪੱਕਾ ਹੋਣਾ ਸੀਗਾ। ਤਾਂ ਬਾਈ ਮਸਲਾ ਇਹ ਆ ਕਿ ਇੱਥੇ ਨਿਰਮਲਾ ਸੀਤਾਰਮਨ ਭੇਜ ਦਿੱਤੀ ਉਹਨਾਂ ਨੇ। ਹੁਣ ਉਹਨਾਂ ਨੇ ਆ ਕੇ ਨਾਮਕਰਨ ਵੀ, ਇੱਕ ਵਾਰੀ ਉਦਘਾਟਨ, ਇੱਕ ਵਾਰੀ ਨੀਂਹ ਪੱਥਰ, ਹੁਣ ਨਾਮਕਰਨ। ਮਤਲਬ ਕਿ ਅੱਜ ਕੀ ਸੀਗਾ ਕਿ 28 ਸਤੰਬਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ, ਤਾਂ ਦੂਸਰੇ ਪਾਸੇ ਜਿਹੜੀ ਇੱਥੇ ਸਾਰਾ ਕੁਝ ਤੁਹਾਨੂੰ ਪਤਾ ਹੀ, ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਪੂਰਾ ਤਾਮਝਾਮ ਕਰ ਰੱਖਿਆ ਸੀਗਾ ਜੀ। ਇਹ ਕੀ ਆ ਕਿ ਕਿਸੇ ਵੀ ਪੱਖ ਤੋਂ ਹੁਣੇ ਨਹੀਂ ਰਹਿਣਾ ਚਾਹੁੰਦੇ, ਇਹਨਾਂ ਨੇ ਵੀ ਇੱਕ ਸਮਾਗਮ ਰੱਖ ਦਿੱਤਾ ਉੱਥੇ। ਵੈਸੇ ਮਾਨ ਸਾਹਿਬ ਤੇ ਗਵਰਨਰ ਵੀ ਇਕੱਠੇ ਹੋਏ, 40-45 ਮਿੰਟ ਬੈਠੇ ਰਹੇ, ਪਰ ਇੱਕ ਦੂਜੇ ਵੱਲ ਵੇਖਿਆ ਤੱਕ ਨਹੀਂ ਹੈ, ਨਜ਼ਰ ਵੀ ਨਹੀਂ ਮਿਲਾਈ ਜੀ। ਤਾਂ ਉਹ ਜਿਵੇਂ ਕੁਮਾਰ ਸ਼ਾਨੂ ਦਾ ਨਜ਼ਰ ਮਲਾਈ ਤੋਂ ਨੇ ਦਿਲ ਨਾ ਮਿਲਾਇਆ, ਇੱਥੇ ਨਜ਼ਰ ਵੀ ਨਹੀਂ ਮਿਲੀ ਜੀ। ਤਾਂ ਉਦਾਂ ਹੀ 40-45 ਮਿੰਟ ਜਿਵੇਂ ਨਿਊਜ਼ ਐਂਕਰ ਨਹੀਂ ਬਸ ਸਿੱਧਾ ਕੈਮਰੇ 'ਚ ਐ ਫੋਕਸ ਰੱਖ ਕੇ ਪੜ੍ਹੀ ਜਾਂਦੇ ਖਬਰਾਂ, ਆਸੇ ਪਾਸੇ ਨਹੀਂ ਝਾਕ ਸਕਦੇ, ਉਦਾਂ ਹੀ ਬੈਠੇ ਰਹੇ 40-45 ਮਿੰਟ ਤੇ ਅਖੀਰ ਬਸ ਤੁਰਨ ਲੱਗੇ ਮਾੜਾ ਜਿਹਾ ਸਤਿਕਾਰ ਜਿਹਾ ਕਰਕੇ ਤੇ ਤੂੰ ਆਪਣੇ ਰਾਹ ਤੇ ਮੈਂ ਆਪਣੇ ਰਾਹ, ਉਹ ਤਲਖੀ ਵੀ ਨਜ਼ਰ ਆਈ ਆ। ਤਾਂ ਖੈਰ ਇਹ ਹੁਣ ਕੇਂਦਰ ਸਰਕਾਰ ਨੇ ਚੰਡੀਗੜ੍ਹ ਨਾ ਹੀ ਦਿੱਤਾ ਹੈ, ਤਾਂ ਇਹ ਨਾ ਹੀ ਚੱਲੇਗਾ। ਤਾਂ ਬਸ ਉਹ ਕਹਿ ਦਿੱਤਾ ਕਿ ਤੁਸੀਂ ਦੋਨੇ ਚੰਡੀਗੜ੍ਹ ਕਰਦੇ ਰਹਿੰਦੇ ਆ, ਚਲੋ ਆਪਾਂ ਵਿੱਚੋਂ ਸਾਂਝਾ ਨਾਮ ਕੱਢ ਕੇ ਤੁਹਾਡੇ ਲਈ ਲਿਆ। ਪਰ ਇਹ ਮਾੜੀ ਗੱਲ ਆ, ਮੋਹਾਲੀ ਨਾਮ ਹੋਣਾ ਚਾਹੀਦਾ ਸੀ। ਕਿਉਂ? ਕਿਉਂਕਿ ਜਿਹੜੀ ਜ਼ਮੀਨ ਆ ਉਹ ਸਾਡੀ ਆ। ਦੇਖੋ ਸਟੇਕ ਹੋਲਡਰ ਕਿੱਦਾਂ ਨੇ, ਸਾਰੀ ਜਿਹੜੀ ਜ਼ਮੀਨ ਹੈ ਉਹ ਆਪਣੀ ਪੰਜਾਬੀਆਂ ਦੀ ਆ, ਮੋਹਾਲੀ ਜ਼ਿਲ੍ਹੇ ਦੀ ਆ।
ਤਕਰੀਬਨ 500 ਕਰੋੜ ਦੀ ਆ, ਤਾਂ ਇੰਨੀ ਕੁ 25% ਦੇ ਵਿੱਚ ਉਹ ਆ ਗਏ ਇਨਵੈਸਟਮੈਂਟ ਦੇ ਵਿੱਚ ਹਰਿਆਣੇ ਵਾਲੇ। ਬਾਕੀ ਦਾ ਪੈਸਾ ਜਿਹੜਾ 1400 1500 ਕਰੋੜ ਰੁਪਈਆ ਲੱਗਿਆ, ਉਹ ਬਾਕੀ ਪੈਸੇ 'ਚ ਆ ਗਿਆ, ਕੇਂਦਰ ਆ ਗਿਆ। ਹੁਣ ਜਿੱਥੇ ਬਣ ਰਿਹਾ ਅੱਡਾ, ਆਪਾਂ ਉਸ ਲੋਕੇਸ਼ਨ ਨੂੰ ਜੇ ਮੱਦੇਨਜ਼ਰ ਵੇਖੀਏ ਤਾਂ ਉਹ ਨਾਂ ਤੇ ਪੰਜਾਬ ਦਾ ਬਣਦਾ ਜੀ, ਪਰ ਕੀ ਕਰੀਏ, ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਚੱਲਦਾ। ਖੈਰ, ਸਾਡੀ ਰਾਜਨੀਤੀ ਦਾ ਹਾਲ ਵੀ ਕੁਝ ਐਸਾ ਹੀ ਹੈ ਨੇ, ਆਪਸ ਦੇ ਵਿੱਚ ਹੀ ਲੜੇ ਰਹਿੰਦੇ ਆ, ਆਪਸ ਦੇ ਵਿੱਚ ਇੱਕ ਦੂਜੇ ਨੂੰ ਕੋਸਦੇ ਰਹਿੰਦੇ ਆ। ਕੀ ਕਰੀਏ, ਉਹ ਬਸ ਨਾ ਜਿਵੇਂ ਸਿੱਖ ਰਾਜ ਦੇ ਵਿੱਚ ਕੁਝ ਬੰਦਿਆਂ ਨੇ ਜਦੋਂ ਆਪਣਿਆਂ ਨੇ ਗਦਾਰੀਆਂ ਕਰ ਦਿੱਤੀਆਂ ਤੇ ਉਹ ਗੱਲ ਬਣ ਗਈ ਸੀ। ਲੋਕਾਂ ਨੇ ਉਸ ਟਾਈਮ ਗੱਲ ਬਣਾਈ ਸੀ, ਬੁੱਧ ਸਿੰਘ ਦੀ ਬੁੱਧ ਗਈ, ਅਤਰ ਸਿੰਘ ਦੀ ਖੁਸ਼ਬੂ ਲੈਣੇ ਦਾ ਦੇਣਾ ਪਿਆ, ਜੋ ਕਰਤਾਰ ਕਰੇ ਸੋ ਹੋ। ਬਸ ਇਹੀ ਆ ਹੁਣ ਤਾਂ। ਮਿੰਟੂ ਜੀ, ਇੱਕ ਦੱਸਿਓ ਗੱਲ ਬਰੀਫਲੀ ਪਹਿਲਾਂ ਕਿ ਆਸ਼ੂ ਦੇ ਕਰੀਬੀਆਂ ਤੇ ਵੀ ਹੁਣ ਵਿਜੀਲੈਂਸ ਦੀ ਅੱਖ ਹੈ, ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੇ ਨੇ। ਬਿਲਕੁਲ ਜੀ, ਇਹਦੇ ਖਾਸ ਕੁਛ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਤੇ ਇੰਪਰੂਵਮੈਂਟ ਨਗਰ ਟਰਸਟ ਦਾ ਜਿਹੜਾ ਸੀਗਾ ਚੇਅਰਮੈਨ ਸਾਬਕਾ, ਉਹ ਜ਼ਮਾਨਤ ਆਪਦੀ ਥੋੜੀ ਕਰਵਾ ਕੇ ਆਇਆ। ਉਹਨੂੰ ਹੁਣ ਰਾਹਤ ਇਹ ਆ ਕਿ 7 ਦਿਨ ਦਾ ਨੋਟਿਸ ਦੇਣਾ ਪਏਗਾ ਅਰੈਸਟ ਤੋਂ ਪਹਿਲਾਂ। ਤਾਂ ਇੰਪਰੂਵਮੈਂਟ ਟਰਸਟ ਦਾ ਜਿਹੜਾ ਉਹ ਚੇਅਰਮੈਨ ਸੀ ਬਾਲਾ ਸੁਬਰਾਮਨਿਅਮ, ਸ਼ਾਇਦ ਉਹਦਾ ਨਾਮ। ਤਾਂ ਦੂਸਰੇ ਪਾਸੇ ਹੁਣ ਇਹ ਕਿਹਾ ਜਾ ਰਿਹਾ ਵਾ ਕਿ ਜਿਹੜਾ ਇਹਦਾ ਪੀਏ ਇੱਕ, ਉਹ ਪੀਏ ਵੀ ਨਹੀਂ ਮਿਲ ਰਿਹਾ। ਮੀਨੂ ਮਲਹੋਤਰਾ, ਉਹਦੀ ਜਾਇਦਾਦ ਦਾ ਰਿਕਾਰਡ ਖੰਗੋਲਿਆ ਜਾ ਰਿਹਾ। ਤਾਂ ਦੂਸਰੇ ਪਾਸੇ ਇੱਕ ਇਹਦਾ ਕਰੀਬੀ ਜਿਹੜਾ ਆੜਤੀਆ ਸੀ ਪਿਛਲੇ ਦਿਨੀ, ਉਹ ਫੜਿਆ ਗਿਆ। ਹੁਣ ਇਹ ਤੋਂ ਇਲਾਵਾ ਇਹ ਸੁਣਨ ਦੇ ਵਿੱਚ ਆ ਰਿਹਾ ਵਾ ਕਿ ਓਰੀਐਂਟ ਸਿਨੇਮੇ ਦੇ ਆਸ-ਪਾਸ ਕੁਝ ਜ਼ਮੀਨਾਂ ਨੇ, ਉਹਨਾਂ ਨੂੰ ਵੀ ਫਰੋਲਿਆ ਜਾ ਰਿਹਾ ਹੈ ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਹੈ, ਵਿਜੀਲੈਂਸ ਨੂੰ ਕਿਤੇ ਨਾ ਕਿਤੇ ਸ਼ੱਕ ਹੈ ਕਿ ਇਹ ਜਾਇਦਾਦਾਂ ਦੀ ਖਰੀਦੋ ਫਰੋਖਤ ਦੇ ਵਿੱਚ ਆਸ਼ੂ ਜਾਂ ਉਹਦੇ ਕਰੀਬੀਆਂ ਦਾ ਪੈਸਾ ਲੱਗਿਆ ਹੋ ਸਕਦਾ ਆ। ਤਾਂ ਇਹਦਾ ਮਤਲਬ ਇਹ ਹੋਇਆ ਕਿ ਇੱਕ ਪਾਸੇ ਤੇ ਆਸ਼ੂ ਦੀ ਜ਼ਮਾਨਤ ਤੇ ਫੈਸਲਾ ਰਾਖਵਾਂ, ਤਾਂ ਦੂਸਰੇ ਪਾਸੇ ਵਿਜੀਲੈਂਸ ਹਾਲੇ ਵੀ ਕੋਈ ਨਰਮਾਈ ਜਾਂ ਕੋਈ ਢਿਲਾਈ ਜਿਹੜੀ ਆ ਉਹ ਇਸ ਮਾਮਲੇ 'ਚ ਵਰਤਣਾ ਨਹੀਂ ਚਾਹੁੰਦੀ। ਕਿਉਂਕਿ ਆਪਾਂ ਕੁਝ ਮਾਮਲੇ ਦੇਖੇ ਆ, ਜਿਵੇਂ ਹੁਣ ਮਜੀਠੀਆ ਦੀ ਜ਼ਮਾਨਤ ਦਾ ਮਸਲਾ ਜਾਂ ਉਹਦਾ ਰਿਮਾਂਡ ਨਾ ਮੰਗਣਾ, ਉਹਦੇ 'ਚ ਵੀ ਇਤਰਾਜ਼ ਆ ਰਹੇ ਨੇ ਕਿ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ। ਇਸ ਤੋਂ ਇਲਾਵਾ ਗਿਲਜੀਆਂ ਨੂੰ ਰਾਹਤ, ਹੋਰ ਕੁਝ ਮਾਮਲੇ ਨੇ। ਤਾਂ ਇਹਨਾਂ ਦੀ ਲੀਗਲ ਟੀਮ ਤੇ ਵੀ ਸਵਾਲ ਉੱਠਣੇ ਸਟਾਰਟ ਹੋ ਜਾਂਦੇ ਨੇ ਮੁੜ ਕੇ ਜੀ। ਸੋ ਇਸ ਕਰਕੇ ਇਹ ਚਾਹੁੰਦੇ ਨੇ ਕਿ ਅਸੀਂ ਪੁਖਤਾ ਹੱਥ ਪਾਇਆ, ਤਾਂ ਹੁਣ ਇਹ ਦਿਖਾ ਦਈਏ ਕਿ ਵਾਕਿਆ ਸਾਡਾ ਹੱਥ ਪਾਇਆ ਜਿਹੜਾ ਉਹ ਕੋਈ ਕੱਚਾ ਕੂਲਾ ਨਹੀਂ ਸੀਗਾ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ? ਜੀ ਬਿਲਕੁਲ, ਖੁਸ਼ਨੁਮਾ ਖਬਰ ਅੱਜ ਆਪਾਂ ਜਲੰਧਰ ਤੋਂ ਲੈਨੇ ਆ, ਜਿੱਥੇ ਸੋਹੀ ਸਾਹਿਬ ਨੇ, ਤਰਵਿੰਦਰ ਕੁਮਾਰ ਸੋਹੀ। ਤਾਂ ਇਹਨਾਂ ਦੀ ਜਿਹੜੀ ਸੇਵਾ ਹੈ, ਦੱਸਦੇ ਆ ਕਿ ਜਵਾਨ ਉਮਰਾਂ ਦੇ ਵਿੱਚ ਇਹਨਾਂ ਨੇ ਸਟਾਰਟ ਕੀਤਾ ਸੀ 1984 ਦੇ ਵਿੱਚ, ਜਦੋਂ ਕਰਫਿਊ ਲੱਗਾ ਸੀਗਾ। ਤਾਂ ਉਸ ਵੇਲੇ ਇਹਨਾਂ ਨੇ ਲੋਕਾਂ ਵਾਸਤੇ ਸੇਵਾ ਸ਼ੁਰੂ ਕੀਤੀ ਸੀਗੀ। ਤਾਂ ਅੱਜ ਤੱਕ ਵੀ ਸਿਵਲ ਹਸਪਤਾਲ ਦੇ ਵਿੱਚ ਕਹਿੰਦੇ ਆ ਕਿ ਸਵੇਰੇ 6:30 ਵਜੇ ਤੋਂ ਪਹੁੰਚ ਕੇ 7 ਵਜੇ ਤੱਕ ਮਰੀਜ਼ਾਂ ਲਈ ਚਾਹ, ਬਿਸਕੁਟ, ਦੁੱਧ, ਦਲੀਆ, ਇੱਥੋਂ ਤੱਕ ਕਿ ਦਵਾਈ ਲੈ ਕੇ ਵੀ ਜਾਂਦੇ ਨੇ। ਤਾਂ ਹਿਸਾਬ ਲਾ ਲਓ ਕਿੰਨੇ ਸਾਲ ਹੋ ਗਏ, ਤਕਰੀਬਨ 40 ਸਾਲ ਤੋਂ ਸੇਵਾ ਜਿਹੜੀ ਹੈ ਨਿਰੰਤਰ ਚੱਲ ਰਹੀ ਹੈ। ਸੋ ਇਹ ਭਲਾਈ ਦੀ ਸਪਲਾਈ ਹੈ ਜਿਹੜੀ ਉਹ ਨਿਰੰਤਰ ਇਦਾਂ ਹੀ ਚੱਲਦੀ ਰਹਿਣੀ ਚਾਹੀਦੀ ਹੈ। ਬੜੇ ਮਹਾਨਤਮ ਬੰਦੇ ਤੁਹਾਨੂੰ ਮਿਲਦੇ ਨੇ ਪੰਜਾਬ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੀ ਸੇਵਾ ਕਰ ਰਹੇ। ਔਰ ਆਪਾਂ ਵੇਖਿਆ ਸੀਗਾ PGI ਦੇ ਵਿੱਚ ਵੀ ਪਿੱਛੇ ਜੇ ਉਹਨਾਂ ਦਾ ਇੰਤਕਾਲ ਹੋਇਆ ਸੀ ਕਿ ਉਹਨਾਂ ਨੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ, ਜਿਹੜੀ ਅੱਜ ਵੀ ਬਾਦਸਤੂਰ ਜਾਰੀ ਹੈ। ਔਰ ਪਤਾ ਨਹੀਂ ਕਿੰਨੇ ਕੁ ਭੁੱਖੇ ਲੋਕ ਉਸ ਸੇਵਾ ਤੋਂ ਤ੍ਰਿਪਤ ਹੁੰਦੇ ਨੇ।